ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਸੱਜਣੋ ਤੇ ਮਿੱਤਰੋ, ਅੱਜ ਅਸੀਂ ਪਹੁੰਚੇ ਹਾਂ ਨਨਕਾਣਾ ਸਾਹਿਬ ਦੀ ਧਰਤੀ ਤੇ, ਜਿੱਥੇ 550 ਸਾਲਾਂ ਤੋਂ ਮੌਜੂਦ ਇਤਿਹਾਸਿਕ ਸਥਾਨ ਗੁਰਦੁਆਰਾ ਜਨਮ ਸਥਾਨ ਦੇ ਕਰਾਂਗੇ ਦਰਸ਼ਨ ਅਤੇ ਜਾਣਾਂਗੇ ਇਤਿਹਾਸ ਦੇ ਬਾਰੇ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਦਰਸ਼ਨ ਗੁਰਦੁਆਰਾ ਜਨਮ ਸਥਾਨ ਦੇ ਅਤੇ ਜਾਣਦੇ ਹਾਂ ਇਤਿਹਾਸ ਦੇ ਬਾਰੇ। ਹਾਂਜੀ ਦਰਸ਼ਕੋ, ਇਸ ਸਮੇਂ ਮੈਂ ਮੌਜੂਦ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਗੁਰਦੁਆਰਾ ਜਨਮ ਸਥਾਨ ਵਿਖੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ 15 ਅਪ੍ਰੈਲ ਸਨ 1469 ਨੂੰ ਰਾਏ ਭੋਜ ਦੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਵਿਖੇ ਹੋਇਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਦਾ ਨਾਮ ਮਹਿਤਾ ਕਲਿਆਣ ਦਾਸ ਜੀ, ਜੋ ਕਿ ਉਸ ਸਮੇਂ ਦੇ ਹਾਕਮ ਰਾਏ ਬੁਲਾਰ ਜੀ ਦੇ ਕੋਲ ਅਕਾਊਂਟੈਂਟ ਦੀ ਜੋਬ ਕਰਦੇ ਸਨ। ਆਪਾਂ ਜਿਵੇਂ ਹੀ ਗੁਰਦੁਆਰਾ ਜਨਮ ਸਥਾਨ ਦੇ ਵਿੱਚ ਦਾਖਲ ਹੁੰਦੇ ਹਾਂ, ਸਾਨੂੰ ਬਿਲਕੁਲ ਖੱਬੇ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਪੁਰਾਤਨ ਖੂਹ ਦੇਖਣ ਨੂੰ ਮਿਲਦਾ ਹੈ, ਜਿੱਥੋਂ ਉਸ ਸਮੇਂ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ। ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਪੁਰਾਤਨ ਸਮਿਆਂ ਦੇ ਵਿੱਚ ਬੋਰ ਦਾ ਸਿਸਟਮ ਮੌਜੂਦ ਨਹੀਂ ਸੀ, ਸੋ ਥਾਵਾਂ ਦੇ ਉੱਤੇ ਖੂਹ ਬਣੇ ਹੁੰਦੇ ਸੀ ਜਿੱਥੋਂ ਪਾਣੀ ਦੀ ਵਰਤੋਂ ਹੁੰਦੀ ਸੀ। ਸੋ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਉਹ ਪੁਰਾਤਨ ਖੂਹ ਹੈ, ਜਿੱਥੋਂ ਸੰਗਤਾਂ, ਜਿੱਥੋਂ ਲੋਕ ਜਾਂ ਇੱਥੋਂ ਦੀ ਲੋਕਲ ਕਮਿਊਨਿਟੀ ਵੀ ਅਤੇ ਘਰ ਦੇ ਜੀਵ ਵੀ ਪਾਣੀ ਦੀ ਵਰਤੋਂ ਕਰਦੇ ਸਨ। ਹਾਂਜੀ ਦਰਸ਼ਕੋ, ਇਸ ਸਮੇਂ ਮੈਂ ਮੌਜੂਦ ਹਾਂ ਗੁਰਦੁਆਰਾ ਸਾਹਿਬ ਦੇ ਦੀਵਾਨ ਸਥਾਨ ਦੇ। ਦੀਵਾਨ ਸਥਾਨ ਉਹ ਜਗ੍ਹਾ ਹੈ ਜਿੱਥੇ 2 ਟਾਈਮ ਵਾਸਤੇ ਸੰਗਤਾਂ ਜੁੜਦੀਆਂ ਅਤੇ ਇਬਾਦਤ ਕਰਦੀਆਂ ਹਨ। ਅਸੀਂ ਦੀਵਾਨ ਸਥਾਨ ਦੇ ਵਿੱਚ ਦੇਖੀਏ ਤੇ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਇੱਥੇ ਸਾਡੇ ਕੋਲ ਹਾਰਮੋਨੀਅਮ ਅਤੇ ਤਬਲਾ ਦੇ ਸਾਜ਼ ਪਏ ਹਨ, ਕਿਉਂਕਿ ਜਿੰਨੀ ਵੀ ਬਾਣੀ ਹਮਦੋ ਸਨਾਹ ਗਾਈ ਜਾਂਦੀ ਹੈ ਪ੍ਰਭੂ ਪਰਮਾਤਮਾ ਉਸ ਰੱਬ ਦੀ, ਉਹ ਸਾਰੀ ਇਹਨਾਂ ਇੰਸਟਰੂਮੈਂਟ ਦੀ ਮਦਦ ਨਾਲ ਗਾਈ ਜਾਂਦੀ ਹੈ। ਉਸ ਤੋਂ ਬਾਅਦ ਇਸੇ ਹੀ ਸਥਾਨ ਦੇ ਵਿੱਚ ਸੰਗਤਾਂ ਖੜੀਆਂ ਹੁੰਦੀਆਂ ਅਰਦਾਸ ਵਾਸਤੇ। ਅਰਦਾਸ ਕੀਤੀ ਜਾਂਦੀ ਹੈ ਜਿਹਨੂੰ ਆਪਾਂ ਦੁਆ ਕਹਿੰਦੇ ਹਾਂ। ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦ ਦਿੱਤਾ ਜਾਂਦਾ ਜਿਹਨੂੰ ਆਪਾਂ ਤਬਰਕ ਕਹਿੰਦੇ ਹਾਂ। ਸੰਗਤਾਂ ਕੜਾਹ ਪ੍ਰਸ਼ਾਦ ਛਕਣ ਤੋਂ ਬਾਅਦ ਆਪਣੇ ਘਰਾਂ ਨੂੰ ਜਾਂਦੀਆਂ ਹਨ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚੱਲਾਂ ਕਿ ਸਿੱਖ ਧਰਮ ਦੇ ਵਿੱਚ ਪ੍ਰਭੂ ਪਰਮਾਤਮਾ ਉਸ ਰੱਬ ਦੇ ਸਿਫਾਤੀ ਨਾਮ ਇਸ ਇੰਸਟਰੂਮੈਂਟ ਦੇ ਨਾਲ ਗਾਏ ਜਾਂਦੇ ਹਨ। ਇਸ ਤੋਂ ਇਲਾਵਾ ਵੀ ਇਬਾਦਤ ਕੀਤੀ ਜਾਂਦੀ ਹੈ, ਪਰ ਜਦੋਂ ਦੇਖਿਆ ਜਾਏ ਕਿ ਸਾਜ਼ਾਂ ਦੀ ਮਦਦ ਦੇ ਨਾਲ ਉਹ ਸਿਫਤ ਨੂੰ ਗਾਇਆ ਜਾਂਦਾ ਹੈ, ਕਿਉਂਕਿ ਇਹ ਪ੍ਰਥਾ ਅੱਜ ਤੋਂ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਚੱਲੀ ਆ ਰਹੀ ਹੈ। ਉਸ ਸਮੇਂ ਜਿਹੜੇ ਸਾਜ਼ ਸਨ ਉਹ ਵੱਖਰੇ ਸਨ, ਜਿਵੇਂ ਅਸੀਂ ਰਬਾਬ ਕਹਿ ਸਕਦੇ ਹਾਂ। ਰਬਾਬ ਦੇ ਜ਼ਰੀਏ ਉਹ ਜਿਹੜੀ ਬਾਣੀ ਆ ਉਹਨੂੰ ਗਾਇਆ ਜਾਂਦਾ ਸੀ, ਪਰ ਜਿਵੇਂ ਜਿਵੇਂ ਵਕਤ ਬਦਲਦਾ ਗਿਆ, ਮੁਖਤਲਿਫ ਸਾਜ਼ ਆਉਂਦੇ ਗਏ ਤੇ ਉਹਨਾਂ ਸਾਜ਼ਾਂ ਦੇ ਨਾਲ ਉਸ ਬਾਣੀ ਨੂੰ ਗਾਇਆ ਜਾਂਦਾ, ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਆਪਾਂ ਦੀਵਾਨ ਸਥਾਨ ਦੇ ਵਿੱਚ ਮੌਜੂਦ ਹਾਂ, ਸਾਨੂੰ ਇੱਕ ਨਾ ਇੱਥੇ ਪਿੱਛੇ ਇੱਕ ਬੋਰਡ ਦੇਖਣ ਨੂੰ ਮਿਲਦਾ ਹੈ ਜਿਹਦੇ ਉੱਤੇ ਗੁਰਮੁਖੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ਅਸਲ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਚੱਲਾਂ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ। ਮੈਂ ਤੁਹਾਨੂੰ ਇਹਦੀ ਤਸ਼ਬੀਹ ਇੱਦਾਂ ਦੇਣਾ ਚਾਹਾਂਗਾ ਕਿ ਜਦੋਂ ਇਸਲਾਮ ਧਰਮ ਨੂੰ ਆਪਾਂ ਸਟੱਡੀ ਕਰਦੇ ਹਾਂ, ਕਿਉਂਕਿ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਕਿ ਹੈ ਉਹ ਇਸਲਾਮ ਧਰਮ ਤੋਂ ਰਿਲੇਟਡ ਨੇ, ਕਿ ਜਦੋਂ ਹਜ਼ੂਰ ਪਾਕ ਸੱਲਮ ਇਸ ਦੁਨੀਆ ਤੋਂ ਗਏ, ਉਹਨਾਂ ਨੇ ਦੁਨੀਆ ਤੋਂ ਜਾਣ ਵਕਤ ਇੱਕ ਖੁਤਬਾ ਹਜਤੁਲ ਵਦਾ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਸਲਾਮ ਦੀ ਪੂਰੀ ਤਸ਼ਰੀਹ ਕੀਤੀ ਤੇ ਲੋਕਾਂ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਬਾਅਦ ਜਿਹੜੇ ਤੁਹਾਡੇ ਕੋਈ ਨਬੀ ਨਹੀਂ ਆਣਗੇ, ਤੁਸੀਂ ਜਿਹੜਾ ਫੋਲੋ ਕਰਨਾ ਹੈ ਉਹ ਕੁਰਾਨ ਸ਼ਰੀਫ ਨੂੰ ਫੋਲੋ ਕਰਨਾ ਹੈ। ਇਸੇ ਹੀ ਤਰ੍ਹਾਂ ਸਿੱਖ ਧਰਮ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਦੋਂ ਇਸ ਸੰਸਾਰ ਤੋਂ ਜਾਣ ਲੱਗੇ, ਜੋਤੀ ਜੋਤ ਸਮਾਨ ਲੱਗੇ, ਤੇ ਉਹਨਾਂ ਨੇ ਸਿੱਖਾਂ ਦਾ ਇਕੱਠ ਕਰਕੇ ਕਿਹਾ ਕਿ ਅੱਜ ਤੋਂ ਬਾਅਦ ਤੁਹਾਡਾ ਜਿਸਮਾਨੀ ਗੁਰੂ ਕੋਈ ਨਹੀਂ ਹੋਏਗਾ। ਤੁਸੀਂ ਜਿੰਨੀ ਵੀ ਆਪਣੀ ਰਹਿਨੁਮਾਈ ਲੈਣੀ ਹੈ, ਜਿੰਨੀ ਵੀ ਆਪਣੀ ਵਿੱਦਿਆ ਲੈਣੀ ਹੈ, ਸਾਰੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀ ਹੈ। ਤੇ ਇਸੇ ਹੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਜ਼ਿੰਦਾ ਗੁਰੂ ਮੰਨਦੇ ਹਾਂ, ਸਾਡੇ ਵਾਸਤੇ ਉਹ ਕਿਤਾਬ ਨਹੀਂ ਹਨ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸੈਪਰੇਟ ਰੂਮ ਦੇ ਵਿੱਚ ਸ਼ਾਮ ਨੂੰ ਲਿਜਾਇਆ ਜਾਂਦਾ, ਜਿਹਨੂੰ ਅਸੀਂ ਸੁਖਾਸਨ ਸਾਹਿਬ ਦਾ ਰੂਮ ਕਹਿੰਦੇ ਹਾਂ। ਉੱਥੋਂ ਫਿਰ ਸਵੇਰ ਅੰਮ੍ਰਿਤ ਵੇਲੇ, ਜਿਹਨੂੰ ਆਪਾਂ ਤਹੱਜਦ ਵੇਲਾ ਵੀ ਕਹਿੰਦੇ ਹਾਂ, 4 ਵਜੇ ਲਿਆ ਕੇ ਇਸ ਸਥਾਨ ਦੇ ਵਿੱਚ ਪ੍ਰਕਾਸ਼ ਕਰਦੇ ਹਾਂ। ਪ੍ਰਕਾਸ਼ ਕਰਨ ਦਾ ਮਤਲਬ ਆਪਾਂ ਓਪਨ ਕਰਦੇ ਹਾਂ ਤੇ ਉਹਨਾਂ ਦੀ ਰਿਸਾਈਟੇਸ਼ਨ ਕਰਦੇ ਹਾਂ। ਰਿਸਾਈਟੇਸ਼ਨ ਕਰਦੇ ਦੌਰਾਨ ਜਿਹੜੇ ਸਾਨੂੰ ਸਭ ਤੋਂ ਪਹਿਲੇ ਅੱਖਰ ਮਿਲਦੇ ਹਨ, ਉਹਨਾਂ ਨੂੰ ਅਸੀਂ ਹੁਕਮਨਾਮਾ ਕਹਿੰਦੇ ਹਾਂ। ਉਸ ਹੁਕਮਨਾਮੇ ਨੂੰ ਅਸੀਂ ਇੱਕ ਬੋਰਡ ਦੇ ਉੱਤੇ ਸਾਹਮਣੇ ਲੋਕਾਂ ਵਾਸਤੇ ਲਗਾਉਂਦੇ ਹਾਂ, ਤਾਂ ਕਿ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਹਨ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਇਸ ਹੁਕਮਨਾਮੇ ਨੂੰ
ਆਸਾਨੀ ਨਾਲ ਪੜ੍ਹ ਸਕਣ ਤੇ ਆਪਣਾ ਉਸ ਦਾ ਉਹ ਦਿਨ ਇਸ ਹੁਕਮਨਾਮੇ ਦੇ ਮੁਤਾਬਿਕ ਬਤੀਤ ਕਰ ਸਕਣ। ਬੇਸਿਕਲੀ ਇਸ ਹੁਕਮਨਾਮੇ ਦਾ ਮਕਸਦ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਹੈ ਕਿ ਅਸੀਂ ਰੱਬ ਦੇ ਨਾਮ ਤੋਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਤੇ ਉਸ ਰੱਬ ਦੇ ਨਾਮ ਨਾਲ ਸਾਡਾ ਇਹ ਜਿਹੜਾ ਦਿਨ ਹੈ ਚੱਲਦਾ ਰਹੇ ਤੇ ਇਸ ਦਿਨ ਦੇ ਵਿੱਚ ਬਰਕਤ ਪੈਂਦੀ ਰਹੇ। ਇਸ ਕਰਕੇ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਹੁਕਮਨਾਮਾ ਸਰਵਣ ਕਰਦੀਆਂ ਹਨ, ਮੱਥਾ ਟੇਕਦੀਆਂ ਹਨ, ਆਪਣੀ ਚੜਾਵਾ ਚੜਾਉਂਦੀਆਂ ਹਨ ਤੇ ਉਸ ਤੋਂ ਬਾਅਦ ਪ੍ਰਸ਼ਾਦ ਲੈ ਕੇ ਅਰਦਾਸ ਕਰਕੇ ਆਪਣੇ ਘਰਾਂ ਨੂੰ ਜਾਂਦੀਆਂ ਹਨ। ਹਾਂਜੀ, ਜੇਕਰ ਅੱਜ ਦੇ ਹੁਕਮਨਾਮੇ ਨੂੰ ਦੇਖਦੇ ਹਾਂ ਤੇ ਅੱਜ ਦੇ ਹੁਕਮਨਾਮੇ ਦੇ ਵਿੱਚ ਲਿਖਿਆ ਜਾਂਦਾ ਤਨਾਸਰੀ ਮਹੱਲਾ ਚੌਥਾ। ਸਭ ਤੋਂ ਪਹਿਲੇ ਮੈਂ ਆਪ ਜੀ ਨੂੰ ਦੱਸਦਾ ਚੱਲਾਂ, ਤਨਾਸਰੀ ਮਹੱਲਾ ਚੌਥਾ ਦਾ ਮਤਲਬ ਹੈ ਕਿ ਇਹ ਚੌਥੇ ਗੁਰੂ ਸਾਹਿਬ ਜੀ ਦਾ ਫਰਮਾਨ ਹੈ। ਇਹਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲਹ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨ ਹੋ, ਹਰ ਹਰ ਕਥਾ ਨਿਰਾਲੀ ਰਹਾਉ, ਹਰ ਕੇ ਸੰਤ ਸੁਨੋ ਜਨ ਭਾਈ, ਗੁਰ ਸੇਵ ਹੋਏ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਬਾਧੋ, ਮਤ ਜਾਣੋ ਆਜ ਕੇ ਕਾਲੀ, ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੈ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ, ਹਰ ਹਰ ਜਪਣ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਹਰ ਮਿਲ ਹੋ, ਹਮ ਸਾਧ ਜਨਾ ਪਗਰਾਲੀ। ਜੇਕਰ ਆਪਾਂ ਗੱਲ ਕਰਦੇ ਚੱਲੀਏ ਕਿ ਇੱਥੇ ਗੁਰੂ ਸਾਹਿਬ ਫਰਮਾਨ ਕਰਦੇ ਹਨ, ਜਿਵੇਂ ਕਿ ਆਪਾਂ ਪਹਿਲੀਆਂ ਜਿਹੜੀਆਂ 2 ਲਾਈਨਾਂ ਜਿਨ੍ਹਾਂ ਨੂੰ ਮੈਂ ਪੜ੍ਹਿਆ ਉਹਦੇ ਵਿੱਚ ਫਰਮਾਨ ਕਰਦੇ ਹਨ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲਹ ਗੁਰ ਚਾਲੀ, ਕਿ ਅਸੀਂ ਅੰਧੇ ਹਾਂ, ਸਾਨੂੰ ਬਿਲਕੁਲ ਸੂਝ ਨਹੀਂ, ਬਿਲਕੁਲ ਮੱਤ ਨਹੀਂ ਕਿ ਅਸੀਂ ਕਿਵੇਂ ਤੇਰੇ ਰਾਹ ਦੇ ਉੱਤੇ ਮਾਲਕਾ ਤੇਰੇ ਰਾਹ ਦੇ ਉੱਤੇ ਚੱਲ ਸਕਦੇ ਹਾਂ। ਸਾਨੂੰ ਇਸ ਚੀਜ਼ ਦੀ ਬਿਲਕੁਲ ਵੀ ਸੂਝ ਨਹੀਂ। ਇਹ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਹਨ। ਅੱਗੇ ਕਹਿੰਦੇ ਹਨ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ, ਜੇ ਸਤਿਗੁਰ ਸਾਡੇ ਉੱਤੇ ਦਇਆ ਕਰਦੇ ਹਨ, ਸਾਡੇ ਉੱਤੇ ਮਿਹਰ ਕਰਦੇ ਹਨ, ਸਾਨੂੰ ਗਾਈਡ ਕਰਦੇ ਹਨ ਤੇ ਸਾਨੂੰ ਉਸ ਰੱਬ ਦੇ ਨਾਮ ਦੇ ਨਾਲ ਜੋੜਦੇ ਹਨ। ਕਿ ਅਸੀਂ ਉਸ ਰੱਬ ਦੇ ਨਾਮ ਨਾਲ ਕਿਵੇਂ ਜੋੜ ਸਕਦੇ ਹਾਂ? ਅਸੀਂ ਸਿਰਫ ਗੁਰੂ ਦੀ ਗੱਲ ਮੰਨ ਕੇ, ਆਪਣੇ ਗਾਈਡਰ ਦੀ ਗੱਲ ਮੰਨ ਕੇ, ਆਪਣੇ ਨਬੀ ਆਪਣੇ ਪੈਗੰਬਰ ਦੀ ਗੱਲ ਮੰਨ ਕੇ ਅਸੀਂ ਉਸ ਰੱਬ ਦੇ ਰਾਹ ਤੇ ਚੱਲ ਸਕਦੇ ਹਾਂ ਤੇ ਉਸ ਰੱਬ ਨੂੰ ਪਾ ਸਕਦੇ ਹਾਂ। ਦੀਵਾਨ ਸਥਾਨ ਤੋਂ ਹੁੰਦੇ ਹੋਏ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਅਸੀਂ ਉੱਥੇ ਜਾਵਾਂਗੇ ਤੇ ਉੱਥੇ ਆਪ ਜੀ ਨੂੰ ਦੱਸਾਂਗੇ ਇਤਿਹਾਸ ਦੇ ਬਾਰੇ। ਹਾਂਜੀ ਦਰਸ਼ਕੋ, ਇਸ ਸਮੇਂ ਮੈਂ ਮੌਜੂਦ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਤੁਸੀਂ ਮੇਰੇ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦੇਖ ਰਹੇ ਹੋ। ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੱਥੇ ਪ੍ਰਕਾਸ਼ ਹੁੰਦਾ ਹੈ, ਇੱਕ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਮੇਸ਼ਾ ਉੱਥੇ ਮੌਜੂਦ ਹੁੰਦੇ ਹਨ। ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਿਲਕੁਲ ਤਾਬਿਆ ਸਾਹਿਬ ਦੇ ਕੋਲ ਹੀ ਕੁਝ ਸ਼ਸਤਰ ਪਏ ਹੁੰਦੇ ਹਨ। 2 ਚੀਜ਼ਾਂ ਦਰਸਾਉਂਦੀਆਂ ਹਨ ਕਿ ਜਿਹੜਾ ਇੱਕ ਸੰਤ ਹੈ ਉਹ ਇੱਕ ਸਿੱਖ, ਇੱਕ ਸੰਤ ਵੀ ਹੈ ਔਰ ਇੱਕ ਸਿਪਾਹੀ ਵੀ ਹੈ। ਸੰਤ ਦਾ ਮਤਲਬ ਹੁੰਦਾ ਇਬਾਦਤ ਗੁਜ਼ਾਰ ਅਤੇ ਸਿਪਾਹੀ ਦਾ ਮਤਲਬ ਮੁਜਾਹਿਦ। ਇਹ ਸਾਰੀਆਂ ਚੀਜ਼ਾਂ ਦੇਣ ਦਾ ਮਕਸਦ ਗੁਰੂ ਸਾਹਿਬ ਜੀ ਦਾ ਇਹ ਸੀ ਕਿ ਜਦੋਂ ਕਦੇ ਇੱਕ ਸੰਤ ਦੇ, ਇੱਕ ਇਬਾਦਤ ਗੁਜ਼ਾਰ ਬੰਦੇ ਦੇ ਉੱਤੇ ਕਠਿਨ ਸਮਾਂ ਆਉਂਦਾ ਹੈ, ਮੁਸ਼ਕਲ ਸਮਾਂ ਆਉਂਦਾ ਹੈ ਤਾਂ ਉਹ ਆਪਣੀ ਸੁਰੱਖਿਆ ਵਾਸਤੇ ਹਥਿਆਰ ਵੀ ਚੁੱਕ ਸਕਦਾ ਹੈ। ਅਤੇ ਜੇਕਰ ਅਸੀਂ ਇਬਾਦਤ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਜਿਹੜੀ ਹੈ ਉਹ 2 ਟਾਈਮ ਦੀ ਇਬਾਦਤ ਕੀਤੀ ਜਾਂਦੀ ਹੈ, ਸੁਬਹ ਅਤੇ ਸ਼ਾਮ। ਸੁਬਹ ਨੂੰ ਅਸੀਂ ਕਹਿੰਦੇ ਹਾਂ ਅੰਮ੍ਰਿਤ ਵੇਲਾ, ਜਿਹਨੂੰ ਆਮ ਲੋਕ ਆਪਣੀ ਜ਼ੁਬਾਨ ਦੇ ਵਿੱਚ ਤਹੱਜਦ ਵੇਲਾ ਕਹਿੰਦੇ ਆ, ਜਿਹੜਾ ਕਿ 4 ਵਜੇ ਸ਼ੁਰੂ ਹੁੰਦਾ ਹੈ, ਜਿਹਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਪ੍ਰਕਾਸ਼ ਹੋਇਆ, ਉਹ ਪ੍ਰਕਾਸ਼ ਕਰਦੇ ਹਾਂ ਅਤੇ ਇਬਾਦਤ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਸ਼ਾਮ ਦੇ ਵੇਲੇ ਇਬਾਦਤ ਸ਼ੁਰੂ ਹੁੰਦੀ ਹੈ, ਜਿਹਨੂੰ ਮਗਰਬ ਵੇਲਾ ਵੀ ਕਹਿੰਦੇ ਆ, ਉਹਨੂੰ ਅਸੀਂ ਰਹਿਰਾਸ ਦਾ ਵੇਲਾ ਕਹਿੰਦੇ ਹਾਂ। ਤੇ ਉਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁਰੂ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਇਹ ਸਾਰੀ ਇਬਾਦਤ ਇਜਤਮਾਈ ਕੀਤੀ ਜਾਂਦੀ ਹੈ, ਜਿਹਦੇ ਵਿੱਚ ਸੰਗਤਾਂ ਇਕੱਠ ਕਰਕੇ ਇਬਾਦਤ ਕਰਦੀਆਂ ਹਨ। ਅਤੇ ਜੇਕਰ ਅਸੀਂ ਗੱਲ ਕਰੀਏ ਕਿ ਇਨਫਰਾਦੀ ਇਬਾਦਤ, ਉਹ ਦਿਨ ਦੇ ਸਮੇਂ ਕੋਈ ਵੀ ਬੰਦਾ ਕਿਸੇ ਵੀ ਟਾਈਮ ਗੁਰੂ ਘਰ ਦੇ ਵਿੱਚ ਆ ਕੇ ਆਪਣੀ ਇਨਫਰਾਦੀ ਇਬਾਦਤ ਕਰ ਸਕਦਾ ਹੈ। ਇਸ ਤੋਂ ਇਲਾਵਾ ਅਸੀਂ ਜੇਕਰ ਗੱਲ ਕਰਦੇ ਚੱਲੀਏ ਕਿ ਖੁਸ਼ੀ ਗਮ ਜਾਂ ਕੋਈ ਵੀ ਇਹੋ ਜਿਹਾ ਤਿਉਹਾਰ ਹੋਵੇ, ਉਹਦੇ ਵਾਸਤੇ ਵੀ ਸਾਡੀ ਇਬਾਦਤ ਰੱਖੀ ਜਾਂਦੀ ਹੈ, ਜਿਹਨੂੰ ਅਸੀਂ ਅਖੰਡ ਪਾਠ ਸਾਹਿਬ ਕਹਿੰਦੇ ਹਾਂ। ਔਰ ਅਖੰਡ ਪਾਠ ਸਾਹਿਬ ਘਰ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ। ਪਰ ਮੋਸਟਲੀ ਅਸੀਂ ਜੇ ਦੇਖੀਏ ਤਾਂ ਘਰ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਘਰ ਦੇ ਵਿੱਚ ਅਸੀਂ ਉਹਨਾਂ ਮਾਣ ਸਤਿਕਾਰ ਨਹੀਂ ਦੇ ਸਕਦੇ ਜਿੰਨਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ। ਕਿਉਂਕਿ ਜੇਕਰ ਅਸੀਂ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਕਰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣੇ ਪੈਂਦਾ ਹੈ। ਸੋ ਜ਼ਿਆਦਾਤਰ ਪ੍ਰੈਫਰ ਇਹੀ ਕੀਤਾ ਜਾਂਦਾ ਕਿ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕੀਤਾ ਜਾਏ, ਚਾਹੇ ਉਹ ਕਿਸੇ ਖੁਸ਼ੀ ਨੂੰ ਲੈ ਕੇ ਆ, ਚਾਹੇ ਉਹ ਕਿਸੇ ਗਮੀ ਨੂੰ ਲੈ ਕੇ ਆ। ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਦੱਸਦਾ ਚੱਲਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸਾਡੀਆਂ ਲਾਵਾਂ ਹੁੰਦੀਆਂ ਹਨ। ਲਾਵਾਂ ਜਿਹਨੂੰ ਅਸੀਂ ਵਿਆਹ ਕਹਿੰਦੇ ਹਾਂ, ਵਿਆਹ ਦੇ ਕਾਰਜ ਵੀ ਸਾਡੇ ਗੁਰੂ ਘਰ ਦੇ ਵਿੱਚ ਹੀ ਸੰਪੂਰਨ ਹੁੰਦੇ ਹਨ। ਸੰਗਤਾਂ ਜੁੜਦੀਆਂ ਹਨ ਅਤੇ ਉਹ ਜੋੜਾ ਜਿਹਦਾ ਵਿਆਹ ਹੁੰਦਾ ਹੈ ਉਹ ਗੁਰੂ ਘਰ ਦੇ ਵਿੱਚ ਆਉਂਦੇ ਹਨ, ਅਰਦਾਸ ਬੇਨਤੀ ਕਰਦੇ ਹਨ ਅਤੇ ਗੁਰੂ ਘਰ ਦੇ ਵਿੱਚ ਹੀ ਉਹਨਾਂ ਦੀਆਂ ਲਾਵਾਂ ਦਾ ਮਤਲਬ ਕਿ ਗੁਰੂ ਸਾਹਿਬ ਜੀ ਦੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 4 ਚੱਕਰ ਲਏ ਜਾਂਦੇ ਹਨ, ਜਿਹਦੇ ਵਿੱਚ 4 ਕਲਮੇ ਜਿਹਨੂੰ ਕਹਿ ਸਕਦੇ ਹਾਂ ਆਪਾਂ ਆਮ ਜ਼ੁਬਾਨ ਦੇ ਵਿੱਚ ਪੜ੍ਹੇ ਜਾਂਦੇ ਹਨ। ਹਰ ਇੱਕ ਕਲਮੇ ਦੇ ਨਾਲ ਇੱਕ ਲਾਮ, ਇੱਕ ਚੱਕਰ ਹੁੰਦਾ ਹੈ। ਉਹ ਇੱਕ ਅਹਿਦ ਹੁੰਦਾ ਹੈ ਕਿ ਉਹ ਜਿਹੜਾ ਜੋੜਾ ਉਹ ਇੱਕ ਵਿਆਹ ਦੇ ਬੰਧਨ ਦੇ ਵਿੱਚ ਬੰਨ੍ਹਣਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਸਾਰੇ ਕਾਰਜ ਜਿਹੜੇ ਕਿ ਮੀਆਂ
ਬੀਵੀ ਦੇ ਹੁੰਦੇ ਹਨ ਉਹ ਸਾਰੇ ਚੱਲਦੇ ਹਨ। ਇਸ ਤੋਂ ਬਾਅਦ ਉਹਨਾਂ ਨੂੰ ਸ਼ਰੀਅਤ ਦੱਸੀ ਜਾਂਦੀ ਹੈ, ਮਰਿਆਦਾ ਦੱਸੀ ਜਾਂਦੀ ਹੈ, ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਕਿਵੇਂ ਰਹਿਣਾ, ਇੱਕ ਦੂਸਰੇ ਨਾਲ ਮੇਲ ਵਰਤਨ ਕਿਵੇਂ ਰੱਖਣਾ। ਆਪ ਜੀ ਨੂੰ ਇਹ ਸਾਰੀਆਂ ਚੀਜ਼ਾਂ ਦੱਸਣ ਦਾ ਮਤਲਬ ਕਿ ਜੇਕਰ ਤੁਸੀਂ ਗੁਰੂ ਘਰ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ ਕਿ ਗੁਰੂ ਘਰ ਦੇ ਵਿੱਚ ਇਬਾਦਤ ਕਿਵੇਂ ਹੁੰਦੀ ਹੈ ਅਤੇ ਜੇ ਹੋਰ ਜਿਹੜੀਆਂ ਰਸਮਾਂ ਉਹ ਕਿਵੇਂ ਅਦਾ ਹੁੰਦੀਆਂ ਹਨ। ਮਿੱਤਰ ਪਿਆਰੋ, ਇੱਥੇ ਇੱਕ ਸਮਾਂ ਹੁੰਦਾ ਹੈ ਕਿ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਉਸ ਜੰਡ ਦੀ ਤਰਫ ਅਤੇ ਉਹਦੇ ਇਤਿਹਾਸ ਦੀ ਸਾਂਝ ਪਾਵਾਂਗੇ। ਬਣੇ ਰਹੋ ਮੇਰੇ ਨਾਲ। ਹਾਂਜੀ ਦਰਸ਼ਕੋ, ਆਪਾਂ ਜੰਡ ਸਾਹਿਬ ਵੱਲ ਜਾਣ ਤੋਂ ਪਹਿਲੇ ਮੈਂ ਆਪ ਜੀ ਨੂੰ ਉਹ ਸਥਾਨ ਜਿਹਨੂੰ ਸੁਖਾਸਨ ਸਥਾਨ ਕਹਿੰਦੇ ਆ ਉਹ ਦਿਖਾਉਣਾ ਚਾਹੁੰਦਾ ਕਿ ਤੁਸੀਂ ਮੇਰੇ ਬਿਲਕੁਲ ਇਸ ਪਾਸੇ ਪਿੱਛੇ ਦੇਖ ਸਕਦੇ ਹੋ ਕਿ ਇਹ ਸਥਾਨ ਨੂੰ ਆਪਾਂ ਸੁਖਾਸਨ ਸਥਾਨ ਕਹਿੰਦੇ ਹਾਂ। ਜੇਕਰ ਆਪਾਂ ਇਸ ਵਰਡ ਦੇ ਉੱਤੇ ਗੌਰ ਕਰੀਏ ਤਾਂ ਦੋ ਲਫ਼ਜ਼ਾਂ ਨਾਲ ਮਿਲ ਕੇ ਬਣਿਆ, ਇੱਕ ਸੁੱਖ ਇੱਕ ਅਸਥਾਨ। ਸੁੱਖ ਮਤਲਬ ਸਕੂਨ ਦੀ ਜਗ੍ਹਾ, ਅਸਥਾਨ ਮਤਲਬ ਉਹ ਜਗ੍ਹਾ ਵਾਸਤੇ ਅਸੀਂ ਅਸਥਾਨ ਦਾ ਲਫ਼ਜ਼ ਯੂਜ਼ ਕਰਦੇ ਹਾਂ। ਇਹ ਉਹ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਜਿਵੇਂ ਸਮਾਪਤੀ ਹੁੰਦੀ ਹੈ, ਜਿਵੇਂ ਸ਼ਾਮ ਦਾ ਵੇਲਾ ਮਗਰਬ ਬਾਅਦ, ਜਿਸ ਤਰ੍ਹਾਂ ਮੈਂ ਆਪ ਜੀ ਨਾਲ ਗੱਲ ਕੀਤੀ ਕਿ ਮਗਰਬ ਤੋਂ ਬਾਅਦ ਜਿਹੜੀ ਇਬਾਦਤ ਕੰਪਲੀਟ ਹੁੰਦੀ ਹੈ, ਇਬਾਦਤ ਕੰਪਲੀਟ ਹੋਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਗਲਾਫ ਦੇ ਵਿੱਚ ਕਲੋਜ਼ ਕਰਕੇ ਆਪਾਂ ਇਸ ਸਥਾਨ ਦੇ ਉੱਤੇ ਲੈ ਕੇ ਆਉਂਦੇ ਹਾਂ। ਇੱਥੇ ਪਲੰਗ ਪਿਆ ਜਿਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਿਰਾਜਮਾਨ ਕਰਦੇ ਹਾਂ। ਔਰ ਜਿਵੇਂ ਹੀ ਸੁਬਾ ਅੰਮ੍ਰਿਤ ਵੇਲਾ ਹੁੰਦਾ, ਜਿਹਨੂੰ ਆਪਾਂ ਤਹੱਜਦ ਵੇਲੇ ਦੇ ਨਾਲ ਵੀ ਤਸ਼ਬੀਹ ਦੇ ਸਕਦੇ ਹਾਂ, ਤੇ ਜਿਵੇਂ ਉਹ ਤਹੱਜਦ ਵੇਲਾ ਅੰਮ੍ਰਿਤ ਵੇਲਾ ਹੁੰਦਾ ਹੈ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਜੀ ਨੂੰ ਇੱਥੋਂ ਅਰਦਾਸ ਕਰਕੇ ਉਸੇ ਸਥਾਨ 'ਤੇ ਦੁਬਾਰਾ ਲੈ ਕੇ ਜਾਂਦੇ ਹਾਂ ਤੇ ਉਹਨਾਂ ਦਾ ਪ੍ਰਕਾਸ਼ ਕਰਦੇ ਹਾਂ। ਤੇ ਉਹ ਰੂਟੀਨ ਵਾਈ ਇਹ ਸਾਰੀ ਰੂਟੀਨ ਚੱਲਦੀ ਰਹਿੰਦੀ ਹੈ। ਦਰਸ਼ਕੋ, ਮੈਂ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ ਕਿ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਇੱਕ ਜ਼ਿੰਦਾ ਗੁਰੂ ਮੰਨਿਆ ਜਾਂਦਾ ਹੈ। ਕਿਉਂ ਕਿ ਆਪਾਂ ਗੁਰੂ ਸਾਹਿਬ ਜੀ ਇਸ ਸੰਸਾਰ ਤੋਂ ਗਏ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਜ਼ਿੰਦਾ ਗੁਰੂ ਹਨ, ਇਹਨਾਂ ਤੋਂ ਹੀ ਤੁਸੀਂ ਰਹਿਨੁਮਾਈ ਲੈਣੀ ਹੈ। ਕਿਉਂਕਿ ਸਾਡੇ ਡੇਲੀ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਜੋ ਵੀ ਕਠਿਨਾਵਾਂ ਆਉਣ, ਜੋ ਵੀ ਮਸਲੇ ਮਸਾਇਲ ਆਉਣ, ਅਸੀਂ ਉਹਨਾਂ ਦਾ ਹੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਲੈਂਦੇ ਹਾਂ। ਇਸ ਕਰਕੇ ਸਾਨੂੰ ਰਹਿਨੁਮਾਈ ਦਿੰਦੇ ਹਨ, ਸੋ ਸਾਡੇ ਜ਼ਿੰਦਾ ਗੁਰੂ ਹਨ। ਸੋ ਜਿਹੜੀ ਅਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਹਾਂ, ਜਿਵੇਂ ਕਿ ਪ੍ਰਕਾਸ਼ ਸਥਾਨ 'ਤੇ ਲੈ ਕੇ ਜਾਣਾ, ਫਿਰ ਉਸ ਤੋਂ ਬਾਅਦ ਸ਼ਾਮ ਨੂੰ ਸਮਾਪਤੀ ਦੇ ਵੇਲੇ ਸੁਖਾਸਨ ਸਾਹਿਬ ਦੇ ਵਿੱਚ ਲੈ ਕੇ ਆਉਣਾ, ਇਹ ਸਾਰੀਆਂ ਉਸ ਰਿਸਪੈਕਟ ਵਾਸਤੇ ਕਰਦੇ ਹਾਂ ਕਿ ਸਾਡੇ ਗੁਰੂ ਸਾਹਿਬ ਇੱਕ ਜ਼ਿੰਦਾ ਗੁਰੂ ਹਨ ਜਿਹੜੇ ਕਿ ਸਾਨੂੰ ਰਹਿਨੁਮਾਈ ਦਿੰਦੇ ਹਨ, ਹਿਦਾਇਤ ਦਿੰਦੇ ਹਨ। ਸੁਖਾਸਨ ਸਾਹਿਬ ਦੇ ਰੂਮ ਦੇ ਬਿਲਕੁਲ ਬਾਹਰ ਉਤਲੇ ਪਾਸੇ ਇੱਕ ਸਾਨੂੰ ਬਹੁਤ ਹੀ ਖੂਬਸੂਰਤ ਤੇ ਨਾਯਾਬ ਪੇਂਟੀ ਦੇਖਣ ਨੂੰ ਮਿਲਦੀ ਹੈ, ਜਿਹਦੇ ਉੱਤੇ ਮੂਲ ਮੰਤਰ ਲਿਖਿਆ ਹੈ। ਮੂਲ ਮੰਤਰ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਪਹਿਲੇ ਅਲਫਾਜ਼ ਹਨ ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸ਼ੁਰੂਆਤ ਹੁੰਦੀ ਹੈ। ਇਹਦੇ ਵਿੱਚ ਲਿਖਿਆ ਇੱਕ ਓਂਕਾਰ। ਇੱਕ ਓਂਕਾਰ ਦਾ ਮਤਲਬ ਕਿ ਰੱਬ ਅੱਲਾਹ ਤਾਲਾ ਇੱਕ ਹੈ। ਸਤਨਾਮ, ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ, ਇਹਦਾ ਮਤਲਬ ਕਿ ਸਭ ਕੁਝ ਕਰਨ ਕਰਾਉਣ ਵਾਲਾ ਉਹ ਰੱਬ ਹੈ, ਉਹ ਰੱਬ ਤਾਲਾ ਦੀ ਜ਼ਾਤ ਹੈ। ਕਰਤਾ ਪੁਰਖ ਨਿਰਭਉ, ਉਹਨੂੰ ਨਿਰਭਉ, ਉਹ ਕਿਸੇ ਦਾ ਡਰ ਨਹੀਂ ਹੈ। ਭਉ ਕਹਿੰਦੇ ਆ ਡਰ ਨੂੰ, ਨਿਰ ਕਹਿੰਦੇ ਆ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ। ਨਿਰਵੈਰ, ਉਹਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ, ਉਹਦਾ ਕਿਸੇ ਦੇ ਨਾਲ ਵੈਰ ਨਹੀਂ। ਅਕਾਲ ਮੂਰਤ, ਕਿ ਉਹਦੀ ਕੋਈ ਸ਼ਕਲ ਸੂਰਤ ਨਹੀਂ, ਉਹ ਮੂਰਤ ਨਹੀਂ, ਉਹਦੀ ਕੋਈ ਮੂਰਤ ਨਹੀਂ ਹੈ। ਅਸੀਂ ਦੱਸ ਨਹੀਂ ਸਕਦੇ ਕਿ ਪਰਮਾਤਮਾ ਰੱਬ ਅੱਲਾਹ ਤਾਲਾ ਦਿਖਦਾ ਕਿਵੇਂ ਆ। ਅਜੂਨੀ, ਉਹ ਨਾ ਜੰਮਦਾ ਨਾ ਮਰਦਾ। ਸਹਿ ਭੰਗ ਗੁਰ ਪ੍ਰਸਾਦ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹ ਆਪਣੇ ਆਪ ਤੋਂ ਜੰਮਿਆ, ਨਾ ਉਹ ਕਿਸੇ ਤੋਂ ਪੈਦਾ ਹੋਇਆ, ਨਾ ਉਹਨੇ ਕਿਸੇ ਨੂੰ ਅੱਗੇ ਜਨਮ ਦਿੱਤਾ। ਤੇ ਮਿਲਦਾ ਕਿਵੇਂ ਆ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗਾਈਡਰ ਦੀ ਰਹਿਨੁਮਾਈ ਦੇ ਨਾਲ, ਪੈਗੰਬਰ ਦੀ ਤਾਲੀਮ ਦੇ ਨਾਲ ਅਸੀਂ ਰੱਬ ਤੱਕ ਪਹੁੰਚ ਸਕਦੇ ਹਾਂ। ਹਾਂਜੀ ਦਰਸ਼ਕੋ, ਮੈਂ ਇਸ ਸਮੇਂ ਮੌਜੂਦ ਹਾਂ ਉਹ ਜੰਡ ਦੇ ਕੋਲ ਜਿਹਦੇ ਬਾਰੇ ਮੈਂ ਆਪ ਜੀ ਨੂੰ ਦੱਸਿਆ। ਇੱਥੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਗੁਰੂ ਘਰ ਦੇ ਵਿੱਚ ਇਸ ਦਰਖਤ ਦਾ, ਇਸ ਜੰਡ ਦਾ ਮੌਜੂਦ ਹੋਣਾ ਇਹ ਨਹੀਂ ਕਿ ਸਿੱਖ ਧਰਮ ਦੇ ਵਿੱਚ ਦਰਖਤਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹਦੇ ਉੱਤੇ ਇੱਕ ਬਹੁਤ ਵੱਡੀ ਹਿਸਟਰੀ ਹੈ ਜਿਹੜੀ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਔਰ ਵੈਸੇ ਜੇਕਰ ਸਿੱਖ ਧਰਮ ਦੇ ਵਿੱਚ ਦੇਖਿਆ ਜਾਏ ਤੇ ਨੇਚਰ ਨੂੰ ਸੰਭਾਲਣ ਦਾ ਦਰਸ ਮਿਲਦਾ ਹੈ, ਜਿਹਦੇ ਵਿੱਚ ਕਿਹਾ ਜਾਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਕਿ ਜਿਹੜੀ ਇਹ ਪਵਨ ਹੈ, ਇਹ ਹਵਾ, ਇਹ ਜ਼ਮੀਨ, ਇਹ ਪਾਣੀ, ਇਹ ਸਾਰੇ ਇੱਕ ਉਹੀ ਕਿਰਦਾਰ ਅਦਾ ਕਰਦੇ ਆ ਜਿਵੇਂ ਕੋਈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹਦੇ ਮਾਤਾ ਪਿਤਾ ਕਿਰਦਾਰ ਅਦਾ ਕਰਦੇ ਆ। ਸੋ ਇਹ ਸਾਰੀ ਨੇਚਰ ਨੂੰ ਸੰਭਾਲਣ ਦਾ ਦਰਸ ਦਿੱਤਾ ਗਿਆ। ਪਰ ਇੱਥੇ ਇਸ ਦਰਖਤ ਦਾ ਮੌਜੂਦ ਹੋਣਾ ਇੱਕ ਬਹੁਤ ਵੱਡੀ ਹਿਸਟਰੀ ਹੈ।
ਜਿਹੜੀ ਕਿ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ। ਇਹ ਵਾਕਿਆ 20 ਫਰਵਰੀ 1921 ਦਾ, ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਇੱਕ ਮਹੰਤ ਨਾਰਾਇਣ ਦਾਸ ਦੀ ਹਕੂਮਤ ਸੀ। ਸਮਝ ਲਓ, ਕਹਿ ਰਹੇ ਹੋ ਕਿ ਉਹ ਗੁਰਦੁਆਰੇ ਸਾਹਿਬ ਦਾ ਸਾਰਾ ਨਿਜ਼ਾਮ ਦੇਖਦਾ ਸੀ। ਗੁਰਦੁਆਰਾ ਸਾਹਿਬ ਦੇ ਵਿੱਚ ਜੋ ਵੀ ਸਾਰਾ ਸਿਸਟਮ ਸੀ ਉਹਦੇ ਅੰਡਰ ਸੀ, ਕੇਅਰ ਟੇਕਰ ਦੀ ਪਦਵੀ ਸੀ ਉਹਦੇ ਕੋਲ, ਅਸੀਂ ਇਹ ਕਹਿ ਸਕਦੇ ਹਾਂ। ਤੇ ਜਿੱਦਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਯਾਤਰੀ ਆਉਂਦੇ ਸਨ ਆਪਣੀ ਯਾਤਰਾ ਕਰਨ ਵਾਸਤੇ, ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਸਿੱਖ ਸੰਗਤ ਆਉਂਦੀ ਸੀ ਉਹਨਾਂ ਦੇ ਨਾਲ ਚੰਗਾ ਸਲੂਕ ਨਹੀਂ ਸੀ ਕਰਦਾ, ਮਾੜਾ ਸਲੂਕ ਕਰਦਾ ਸੀ। ਜੇਕਰ ਉਹਨਾਂ ਦੇ ਨਾਲ ਬੀਬੀਆਂ ਆਉਂਦੀਆਂ ਸੀ ਤੇ ਉਹਨਾਂ ਨੂੰ ਵੀ ਤੰਗ ਕਰਨ ਦੀ ਕੋਸ਼ਿਸ਼ ਕਰਦਾ ਸੀ। ਸੋ ਜਦੋਂ ਇਹ ਗੱਲਾਂ ਦਾ ਬਾਹਰ ਪਤਾ ਲੱਗਣਾ ਸ਼ੁਰੂ ਹੋਇਆ ਸਿੱਖ ਕਮਿਊਨਿਟੀ ਨੂੰ, ਤਾਂ ਉਹਨਾਂ ਨੇ ਇਕੱਠ ਕੀਤਾ ਕਿ ਆਪਾਂ ਸਾਰੇ ਜਾ ਕੇ ਮਹੰਤ ਨਾਰਾਇਣ ਦਾਸ ਦੇ ਨਾਲ ਗੱਲ ਕਰਦੇ ਹਾਂ ਕਿ ਜੇਕਰ ਤੂੰ ਗੁਰੂ ਘਰ ਦਾ ਸਿਸਟਮ ਸਾਂਭਣਾ ਚਾਹੁੰਦਾ ਤੇ ਸਾਂਭ, ਸਾਨੂੰ ਇਹਦੇ ਵਿੱਚ ਕੋਈ ਇਖਤਲਾਫ ਨਹੀਂ ਹੈ, ਤੇਰੇ ਤੋਂ ਕੋਈ ਗਿਲਾ ਨਹੀਂ ਕਿ ਤੂੰ ਗੁਰਦੁਆਰਾ ਸਾਹਿਬ ਜੀ ਦਾ ਸਿਸਟਮ ਸਾਂਭੇ, ਪਰ ਜਿਹੜੀਆਂ ਗੱਲਾਂ ਤੂੰ ਗੁਰਦੁਆਰਾ ਸਾਹਿਬ ਦੇ ਵਿੱਚ ਕਰਦਾ, ਜਿਹੜੀਆਂ ਹਰਕਤਾਂ ਕਰਦਾ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਇਜ਼ ਨਹੀਂ, ਉਹ ਬੇਅਦਬੀ ਦੇ ਵਿੱਚ ਆਉਂਦੀ ਹੈ। ਸੋ ਇਸੇ ਹੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਗਤਾਂ ਨੇ ਇਕੱਠ ਕੀਤਾ ਤੇ 200 ਤੋਂ 250 ਬੰਦੇ ਦਾ ਜੱਥਾ ਤਿਆਰ ਹੋ ਕੇ ਆਇਆ ਕਿ ਆਪਾਂ ਗੁਰੂ ਘਰ ਦੇ ਵਿੱਚ ਜਾਵਾਂਗੇ, ਪਾਠ ਕਰਾਂਗੇ। ਪਾਠ ਕਰਨ ਤੋਂ ਬਾਅਦ ਅਸੀਂ ਮਹੰਤ ਨਾਰਾਇਣ ਦਾਸ ਦੇ ਨਾਲ ਗੱਲ ਕਰਾਂਗੇ। ਜਿਵੇਂ ਹੀ ਸੰਗਤਾਂ ਗੁਰੂ ਘਰ ਦੇ ਵਿੱਚ ਆਈਆਂ, ਉਹਨਾਂ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ, ਨਤਮਸਤਕ ਹੋਏ ਤੇ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਦੇ ਲੀਡਰ ਭਾਈ ਲਛਮਣ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤਾਬਿਆ ਬੈਠ ਗਏ। ਤੇ ਇਹ ਸਾਰੀਆਂ ਚੀਜ਼ਾਂ ਮਹੰਤ ਨਾਰਾਇਣ ਦਾਸ ਦੇਖ ਰਿਹਾ ਸੀ ਅਤੇ ਉਹਨੇ ਆਪਣੇ ਗੁੰਡੇ ਬਦਮਾਸ਼ ਪਹਿਲੇ ਤੋਂ ਹੀ ਤਿਆਰ ਰੱਖੇ ਹੋਏ ਸਨ ਕਿ ਜਿਵੇਂ ਹੀ ਸਿੱਖ ਗੁਰਦੁਆਰਾ ਸਾਹਿਬ ਦੇ ਵਿੱਚ ਆਣਗੇ ਅਸੀਂ ਉਹਨਾਂ ਦੇ ਉੱਤੇ ਅਟੈਕ ਕਰ ਦਾਂਗੇ। ਤੇ ਹੋਇਆ ਵੀ ਇਦਾਂ ਹੀ, ਜਿਵੇਂ ਹੀ ਸੰਗਤਾਂ ਪਾਠ ਕਰਨ ਦੇ ਵਿੱਚ ਮਸਰੂਫ ਸਨ, ਉਹਨਾਂ ਨੇ ਆ ਕੇ ਅਟੈਕ ਕਰ ਦਿੱਤਾ ਤੇ ਸੰਗਤਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਸੀ ਜਿਹਦਾ ਨਾਮ ਦਰਬਾਰਾ ਸਿੰਘ ਸੀ, ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਨ। ਤੇ ਉਹਨਾਂ ਦੇ ਜਿਹੜੇ ਪਿਤਾ, ਉਹਨਾਂ ਨੇ ਉਹਨਾਂ ਨੂੰ ਇੱਕ ਖਿੜਕੀ ਦੇ ਅੰਦਰ ਛੁਪਾ ਦਿੱਤਾ ਕਿ ਤੂੰ ਛੋਟਾ ਹੈ, ਤੂੰ ਬਾਹਰ ਨਾ ਆ। ਪਰ ਜਿਵੇਂ ਹੀ ਸਾਰੀ ਸੰਗਤ ਨੂੰ ਸ਼ਹੀਦ ਕਰ ਦਿੱਤਾ ਗਿਆ, ਉਸ ਬੱਚੇ ਨੇ ਵੀ ਸ਼ੋਰ ਮਚਾਉਣਾ ਸ਼ੁਰੂ ਕੀਤਾ, ਮੈਨੂੰ ਵੀ ਬਾਹਰ ਕੱਢੋ, ਮੈਂ ਵੀ ਸ਼ਹੀਦ ਹੋਣਾ। ਤੇ ਉਹ ਛੋਟੇ ਬੱਚੇ ਨੂੰ ਵੀ ਇੱਥੇ ਸ਼ਹੀਦ ਕਰ ਦਿੱਤਾ ਗਿਆ। ਤੇ ਇਸ ਜੰਡ ਦਾ ਇਤਿਹਾਸ ਇਹ ਹੈ ਕਿ ਜਿਹੜੇ ਭਾਈ ਲਛਮਣ ਸਿੰਘ ਜਿਹੜੇ ਉਹਨਾਂ ਦੇ ਲੀਡਰ ਸਨ, ਉਹਨਾਂ ਨੂੰ ਲਿਆ ਕੇ ਇਸ ਜੰਡ ਦੇ ਨਾਲ ਪੁੱਠਾ ਬੰਨ੍ਹ ਕੇ ਸਾੜ ਦਿੱਤਾ ਗਿਆ, ਅੱਗ ਲਾ ਦਿੱਤੀ ਗਈ। ਤੁਸੀਂ ਮੇਰੇ ਪਿੱਛੇ ਉਹ ਸਕੈਚ ਦੇਖ ਵੀ ਸਕਦੇ ਹੋ ਜਿਹੜਾ ਹਿਸਟਰੀ ਦੇ ਵਿੱਚ ਵਾਪਰਿਆ, ਉਹਨੂੰ ਇੱਥੇ ਨਕਸ਼ ਕੀਤਾ ਗਿਆ ਤਾਂ ਕਿ ਆਉਣ ਵਾਲੀਆਂ ਸੰਗਤਾਂ, ਆਉਣ ਵਾਲੇ ਲੋਕ ਦੇਖ ਸਕਣ ਕਿ ਇਸ ਜੰਡ ਦਾ ਇੱਕ ਇਤਿਹਾਸ ਹੈ ਕਿ ਗੁਰੂ ਘਰ ਦੇ ਵਿੱਚ ਇੱਕ ਬਹੁਤ ਹੀ ਵੱਡੀ ਬੇਅਦਬੀ ਨੂੰ ਰੋਕਣ ਵਾਸਤੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਕਿੰਨਾ ਜ਼ੁਲਮ ਕੀਤਾ ਗਿਆ। ਇਸ ਗੱਲ ਦਾ ਜਦੋਂ ਪਤਾ ਬਾਹਰ ਲੱਗਾ, ਸਿੱਖ ਸੰਗਤਾਂ ਨੂੰ ਲੱਗਾ, ਉਹਨਾਂ ਦੇ ਮਨ ਦੇ ਵਿੱਚ ਬੜਾ ਰੋਸ਼ ਆਇਆ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਗੁਰੂ ਘਰ ਦੇ ਵਿੱਚ ਜਾ ਕੇ ਇਸ ਮਹੰਤ ਨਾਰਾਇਣ ਦਾਸ ਨੂੰ ਨਹੀਂ ਛੱਡਾਂਗੇ, ਅਸੀਂ ਇਹਨੂੰ ਮੁਕਾ ਦਿਆਂਗੇ। ਤੇ ਹੋਇਆ ਇਹ ਕਿ ਉਸ ਸਮੇਂ ਗੋਰਿਆਂ ਦੀ ਹਕੂਮਤ ਸੀ, ਜਿਵੇਂ ਕਿ ਤੁਸੀਂ ਸਨ ਜੀ ਦੇਖ ਸਕਦੇ ਹੋ 20 ਫਰਵਰੀ 1921 ਦਾ ਵਾਕਿਆ ਹੈ। ਇਸ ਦੌਰ ਦੇ ਵਿੱਚ ਗੋਰੇ ਇਸ ਸਬ ਕੰਟੀਨੈਂਟ ਦੀ ਧਰਤੀ ਤੇ ਆਬਾਦ ਸਨ ਤੇ ਮਹੰਤ ਨਾਰਾਇਣ ਦਾਸ ਉਹਨਾਂ ਗੋਰਿਆਂ ਦੀ ਮਦਦ ਦੇ ਨਾਲ ਹੀ ਗੁਰਦੁਆਰੇ ਉੱਤੇ ਕਾਬਜ਼ ਸੀ। ਜਿਵੇਂ ਹੀ ਸੰਗਤਾਂ 2200 ਬੰਦੇ ਦਾ ਜੱਥਾ ਆਇਆ ਚੜ੍ਹ ਕੇ ਕਿ ਅਸੀਂ ਹੁਣ ਮਹੰਤ ਨਾਰਾਇਣ ਦਾਸ ਨੂੰ ਇਸ ਸਫਾ ਹਸਤੀ ਤੋਂ ਮਿਟਾਉਣਾ ਹੈ, ਤੇ ਉਹਨਾਂ ਨੇ ਗੋਰਿਆਂ ਨੇ ਚਲਾਕੀ ਦੇ ਨਾਲ ਮਹੰਤ ਨਾਰਾਇਣ ਦਾਸ ਨੂੰ ਇੱਥੋਂ ਭਜਾ ਦਿੱਤਾ ਤੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਉਹਨਾਂ ਸਿੱਖ ਸੰਗਤਾਂ ਦੇ ਹਵਾਲੇ ਕਰ ਦਿੱਤੀਆਂ ਤਾਂ ਕਿ ਇਹਨਾਂ ਦਾ ਗੁੱਸਾ ਸ਼ਾਂਤ ਹੋ ਜੇ। ਇਸ ਤਰ੍ਹਾਂ ਚਲਾਕੀ ਖੇਡ ਕੇ ਉਹਨਾਂ ਨੇ ਮਹੰਤ ਨਾਰਾਇਣ ਦਾਸ ਨੂੰ ਬਚਾ ਲਿਆ। ਸੋ ਇਹ ਜੰਡ ਉਹ ਸ਼ਹੀਦਾਂ ਦੀ ਯਾਦ ਦਿਲਾਉਂਦਾ ਹੈ ਕਿ ਕਿਸ ਤਰ੍ਹਾਂ ਸ਼ਹੀਦਾਂ ਨੇ ਆਪਣੀ ਜ਼ਿੰਦਗੀ ਦੀ ਸ਼ਹਾਦਤ, ਆਪਣੀ ਜ਼ਿੰਦਗੀ ਕੁਰਬਾਨ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਬੇਅਦਬੀ ਨੂੰ ਰੋਕਿਆ। ਸੋ ਇਸ ਕਰਕੇ ਇਸ ਜੰਡ ਨੂੰ ਇਸ ਜਗ੍ਹਾ ਦੇ ਉੱਤੇ ਕਾਇਮ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਸੰਗਤਾਂ, ਆਉਣ ਵਾਲੀਆਂ ਪੀੜ੍ਹੀਆਂ ਇਸ ਇਤਿਹਾਸ ਤੋਂ ਜਾਣੂ ਹੋ ਸਕਣ, ਜਿਸ ਇਤਿਹਾਸ, ਜਿਸ ਚੀਜ਼ ਵਾਸਤੇ 200 ਬੰਦੇ ਨੇ ਆਪਣੀ ਜਾਨ ਕੁਰਬਾਨ ਕੀਤੀ। ਦਰਸ਼ਕੋ, ਜਿਵੇਂ ਉਹ ਸਾਰੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਜਿਹੜੀਆਂ ਸੰਗਤਾਂ ਬਾਹਰੋਂ ਆਈਆਂ ਉਹਨਾਂ ਨੇ ਫਿਰ ਉਹ ਸ਼ਹਾਦਤ ਪ੍ਰਾਪਤ ਕੀਤੇ ਸਿੰਘਾਂ ਨੂੰ, ਸਿੰਘਣੀਆਂ ਨੂੰ, ਉਹਨਾਂ ਦਾ ਸੰਸਕਾਰ ਨਾਲ ਹੀ ਮੌਜੂਦ ਮੇਰੇ ਖੱਬੇ ਪਾਸੇ ਉਹ ਸਥਾਨ ਹੈ ਜਿਹਨੂੰ ਸ਼ਹੀਦੀ ਅਸਥਾਨ ਕਹਿੰਦੇ ਆ, ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ, ਆਖਰੀ ਰਸੂਮਾਤ ਅਦਾ ਕੀਤੀਆਂ ਗਈਆਂ। ਮੈਂ ਤੁਹਾਨੂੰ ਉਸ ਸਥਾਨ ਦੀ ਤਰਫ ਵੀ ਲੈ ਕੇ ਚੱਲਣਾ, ਬਣੇ ਰਹੋ ਮੇਰੇ ਨਾਲ। ਇਸ ਸਮੇਂ ਮੈਂ ਜਿਸ ਸਥਾਨ 'ਤੇ ਮੌਜੂਦ ਹਾਂ, ਇਸ ਸਥਾਨ ਨੂੰ ਸ਼ਹੀਦੀ ਅਸਥਾਨ ਆਖਿਆ ਜਾਂਦਾ ਹੈ। ਜਿਵੇਂ ਕਿ ਮੈਂ ਆਪ ਜੀ ਨਾਲ ਪਹਿਲੇ ਵੀ ਗੱਲ ਸਾਂਝੀ ਕੀਤੀ
ਕਿ 20 ਫਰਵਰੀ 1921 ਦੇ ਵਿੱਚ ਹੋਣ ਵਾਲੇ ਉਹ ਸਾਕੇ ਦੇ ਵਿੱਚ ਜਿੰਨੇ ਵੀ ਸਿੰਘ ਸਿੰਘਣੀਆਂ ਸ਼ਹੀਦ ਹੋਈਆਂ ਉਹਨਾਂ ਦਾ ਸੰਸਕਾਰ, ਉਹਨਾਂ ਦੀਆਂ ਆਖਰੀ ਰਸੂਮਾਤਾਂ ਇਸ ਸਥਾਨ ਤੇ ਅਦਾ ਕੀਤੀਆਂ ਗਈਆਂ। ਇਸ ਕਰਕੇ ਇਸ ਸਥਾਨ ਨੂੰ ਸ਼ਹੀਦੀ ਅਸਥਾਨ ਕਹਿੰਦੇ ਹਨ। ਤੁਸੀਂ ਇੱਥੇ ਮੇਰੇ ਪਿੱਛੇ ਇੱਕ ਗੋਲਡ ਦੀ ਪਾਲਕੀ ਦੇਖ ਰਹੇ ਹੋ। ਇੱਥੇ ਵੀ ਸੇਮ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਦਾਂ ਹੀ ਪਾਠ ਕੀਤਾ ਜਾਂਦਾ ਜਿਵੇਂ ਕਿ ਆਪਾਂ ਦੂਸਰੇ ਸਥਾਨ ਤੇ ਦੇਖ ਕੇ ਆਏ ਹਾਂ। ਜਦੋਂ ਵੀ ਕਦੇ ਖੁਸ਼ੀ ਦਾ ਕੋਈ ਪਾਠ ਹੋਵੇ ਜਾਂ ਕਿਸੇ ਗਮੀ ਦਾ ਕੋਈ ਪਾਠ ਹੋਵੇ ਉਹ ਇੱਥੇ ਰੱਖਿਆ ਜਾਂਦਾ, ਇੱਥੇ ਆਰੰਭ ਕੀਤਾ ਜਾਂਦਾ। ਸੰਗਤਾਂ ਇੱਥੇ ਵੀ ਜੁੜਦੀਆਂ ਹਨ। ਅਤੇ ਮੇਰੇ ਪਿੱਛੇ ਜਿਹੜੀ ਤੁਸੀਂ ਗੋਲਡ ਦੀ ਪਾਲਕੀ ਦੇਖ ਰਹੇ ਹੋ, ਇਹ ਸਾਰਾ ਕੰਮ ਜਿਵੇਂ ਕਿ ਮੈਂ ਆਪ ਜੀ ਨੂੰ ਪਹਿਲੇ ਵੀ ਦੱਸਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਜ਼ਿੰਦਾ ਗੁਰੂ ਮੰਨਦੇ ਹਾਂ। ਇੱਕ ਸ਼ਹਿਨਸ਼ਾਹ, ਇੱਕ ਬਾਦਸ਼ਾਹ ਦਾ ਦਰਜਾ ਦਿੰਦੇ ਹਾਂ ਕਿ ਜਿਵੇਂ ਪੁਰਾਣੇ ਵਕਤ ਦੇ ਵਿੱਚ ਇੱਕ ਬਾਦਸ਼ਾਹ ਸ਼ਹਿਨਸ਼ਾਹ ਆਪਣੀ ਗੱਦੀ ਤੇ ਸਵਾਰ ਹੁੰਦੇ ਸਨ, ਗੱਦੀ ਤੇ ਬੈਠਦੇ ਸਨ, ਇਸੇ ਹੀ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸ਼ਹਿਨਸ਼ਾਹ, ਇੱਕ ਬਾਦਸ਼ਾਹ, ਇੱਕ ਗੁਰੂ ਦਾ ਦਰਜਾ ਦਿੰਦੇ ਹਾਂ, ਜਿਹਦੇ ਕਰਕੇ ਅਸੀਂ ਸਾਰੀਆਂ ਜਿਹੜੀਆਂ ਸੁਵਿਧਾਵਾਂ ਉਹਨਾਂ ਵਾਸਤੇ ਕਰਦੇ ਹਾਂ, ਜਿਹਦੇ ਵਿੱਚ ਸਾਨੂੰ ਗੋਲਡ ਦੀ ਪਾਲਕੀ ਹੋ ਗਈ ਜਾਂ ਉਹ ਸਥਾਨ, ਉੱਚਾ ਸਥਾਨ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਉਹਨਾਂ ਦਾ ਪਾਠ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਮਕਸਦ ਇਹਨਾਂ ਚੀਜ਼ਾਂ ਨੂੰ ਲੈਣਾ ਨਹੀਂ, ਕਿਉਂ ਇਹ ਸਾਰੀਆਂ ਚੀਜ਼ਾਂ ਅਸੀਂ ਰਿਸਪੈਕਟ ਵਜੋਂ ਕਰਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਇੱਕ ਜ਼ਿੰਦਾ ਗੁਰੂ ਮੰਨਦੇ ਹਾਂ। ਅਤੇ ਇੱਕ ਗੱਲ ਮੈਂ ਹੋਰ ਆਪ ਜੀ ਨੂੰ ਦੱਸਦਾ ਚੱਲਾਂ ਕਿ ਇੱਥੇ ਬਹੁਤ ਹੀ ਸੋਹਣੀ ਅਤੇ ਪਿਆਰੀ ਗੁਰਬਾਣੀ ਦੀ ਇੱਕ ਪੰਕਤੀ ਲਿਖੀ ਹੈ, ਜਿਹੜੀ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਉਣਾ ਚਾਹਾਂ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਲਿਖਿਆ ਹੋਇਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ। ਜੇ ਤੁਹਾਨੂੰ ਪਰਮਾਤਮਾ ਦੇ ਨਾਲ, ਰੱਬ ਦੇ ਨਾਲ ਪਿਆਰ ਪਾਉਣ ਦਾ ਚਾਅ ਹੈਗਾ ਤੇ ਫਿਰ ਤੁਹਾਨੂੰ ਆਪਣਾ ਸਿਰ ਤਲੀ ਤੇ ਰੱਖ ਕੇ ਉਹਨਾਂ ਦੀ ਗਲੀ 'ਚ ਜਾਣਾ ਪਏਗਾ। ਠੀਕ ਹੈ। ਉਸ ਤੋਂ ਬਾਅਦ ਸਾਨੂੰ ਦੱਸਿਆ ਜਾਂਦਾ ਹੈ, ਇਤ ਮਾਰਗ ਪੈਰ ਧਰੀਜੈ, ਸਿਰ ਤੀਜੈ ਕਾਨ ਨਾ ਕੀਜੈ, ਕਿ ਇਸ ਤਰ੍ਹਾਂ ਉਸ ਰਸਤੇ ਦੇ ਵਿੱਚੋਂ ਲੰਘ ਕੇ ਆਉਣਾ। ਇੱਦਾਂ ਤੁਸੀਂ ਆਪਣੇ ਪੈਰ ਰੱਖਣੇ ਹੈ ਕਿ ਫਿਰ ਤੁਹਾਡਾ ਸਿਰ ਜਾਂਦਾ ਤੇ ਜਾਏ, ਤੁਹਾਡੀ ਕੰਡ ਨਾ ਹੋਵੇ। ਇਸੇ ਹੀ ਚੀਜ਼ ਦੇ ਉੱਤੇ ਚੱਲਦੇ ਹੋਏ ਉਹ 200 ਸਿੰਘ ਅਤੇ ਸਿੰਘਣੀਆਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀ, ਜਿਹੜੇ ਗੁਰੂ ਘਰ ਦੀ ਬੇਅਦਬੀ ਨੂੰ ਦੇਖ ਕੇ ਇੱਥੇ ਆਏ। ਉਹਨਾਂ ਕੋਲ ਗੁਰੂ ਘਰ ਦੀ ਬੇਅਦਬੀ ਸਹਿਨ ਨਹੀਂ ਹੋਈ ਅਤੇ ਕਿਹਾ ਕਿ ਅਸੀਂ ਹੁਣ ਚਾਹੇ ਮਰੀਏ, ਚਾਹੇ ਸਾਨੂੰ ਸ਼ਹੀਦ ਕਰ ਦਿੱਤਾ ਜਾਏ, ਮਾਰ ਦਿੱਤਾ ਜਾਏ, ਪਰ ਅਸੀਂ ਉਸ ਪ੍ਰੇਮ ਦੀ ਖਾਤਰ, ਉਸ ਪਿਆਰ ਦੀ ਖਾਤਰ ਗੁਰੂ ਘਰ ਜਾਵਾਂਗੇ ਅਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਗੁਰੂ ਘਰ ਦੀ ਬੇਅਦਬੀ ਨੂੰ ਰੋਕਿਆ ਜਾਏ। ਦਰਸ਼ਕੋ, ਬਣੇ ਰਹੋ ਸਾਡੇ ਨਾਲ। ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਵੀ ਮੌਜੂਦ ਇਤਿਹਾਸਿਕ ਚੀਜ਼ਾਂ ਦੇ ਬਾਰੇ ਜਾਣਾਂਗੇ। ਇਸ ਤੋਂ ਬਾਅਦ ਆਪਾਂ ਲੰਗਰ ਹਾਲ ਵੱਲ ਵੀ ਜਾਵਾਂਗੇ ਜਿੱਥੇ ਲੰਗਰ ਛਕਾਇਆ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਉਹ ਸਰੋਵਰ ਵੱਲ ਵੀ ਜਾਵਾਂਗੇ ਜਿੱਥੇ ਇਸ਼ਨਾਨ ਦੀ ਜਗ੍ਹਾ ਹੈ। ਬਣੇ ਰਹੋ ਮੇਰੇ ਨਾਲ। ਹਾਂਜੀ ਦਰਸ਼ਕੋ, ਤੁਸੀਂ ਮੇਰੇ ਨਾਲ ਇੱਕ ਬਹੁਤ ਹੀ ਖੂਬਸੂਰਤ, ਉੱਚਾ ਤੇ ਬੁਲੰਦ ਝੂਲ ਦਾ ਨਿਸ਼ਾਨ ਸਾਹਿਬ ਦੇਖ ਰਹੇ ਹੋ, ਜਿਹਨੂੰ ਆਪਾਂ ਝੰਡਾ ਵੀ, ਅਲਮ ਵੀ ਕਹਿ ਸਕਦੇ ਹਾਂ ਆਮ ਜ਼ੁਬਾਨ ਦੇ ਵਿੱਚ। ਇਹਦਾ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੋਣਾ ਤੇ ਉੱਚੀ ਥਾਂ ਤੇ ਝੂਲਣ ਦਾ ਇੱਕ ਮਕਸਦ ਹੈ। ਇਹਦੀ ਮੈਂ ਗੱਲ ਤੁਹਾਨੂੰ ਇੱਦਾਂ ਦੱਸਦਾ ਚੱਲਾਂ ਕਿ ਜਦੋਂ ਮੁਗਲ ਦੌਰ ਦੇ ਵਕਤ ਸਿੱਖ ਘੱਟ ਗਿਣਤੀ ਦੇ ਵਿੱਚ ਸਨ, ਜੰਗਾਂ ਦਾ ਦੌਰ ਸੀਗਾ ਤੇ ਉਹਨਾਂ ਦਾ ਆਮ ਜਗ੍ਹਾ ਤੇ ਰਹਿਣਾ, ਕਿਲਿਆਂ ਦੇ ਵਿੱਚ ਰਹਿਣਾ ਮੁਸ਼ਕਲ ਸੀ। ਸੋ ਇਸ ਕਰਕੇ ਉਹਨਾਂ ਨੇ ਜੰਗਲਾਂ ਦੇ ਵਿੱਚ ਜਾ ਕੇ ਪਨਾਹ ਲਈ ਤੇ ਜਿਵੇਂ ਉਹ ਜੰਗਲ ਦੇ ਵਿੱਚ ਰਹਿੰਦੇ ਸਨ ਤੇ ਉਹਨਾਂ ਨੇ ਇੱਕ ਉੱਚੀ ਥਾਂ ਦੇ ਉੱਤੇ ਇੱਕ ਨਿਸ਼ਾਨ ਸਾਹਿਬ, ਇਸ ਝੰਡੇ ਨੂੰ ਝੁਲਾਣਾ ਕਰਨਾ। ਇਹਦਾ ਮਕਸਦ ਇਹ ਸੀ ਕਿ ਅਗਰ ਕੋਈ ਰਾਹੀਗੀਰ ਇੱਥੋਂ ਲੰਘਦਾ, ਉਹਨੂੰ ਕਿਸੇ ਰੱਖਿਆ ਦੀ ਜ਼ਰੂਰਤ ਹੈ, ਉਹਨੂੰ ਖਾਣੇ ਦੀ ਜ਼ਰੂਰਤ ਹੈ, ਉਹਨੂੰ ਕਿਸੇ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਦੀ ਜ਼ਰੂਰਤ ਹੈ ਤੇ ਉਹ ਉਸ ਥਾਂ ਦੇ ਉੱਤੇ, ਉਸ ਗੁਰੂ ਘਰ ਦੇ ਵਿੱਚ ਆ ਸਕਦਾ ਹੈ ਅਤੇ ਉਸ ਸੁਵਿਧਾਵਾਂ ਪ੍ਰਾਪਤ ਕਰ ਸਕਦਾ ਹੈ। ਇਹਦੇ ਉੱਚੇ ਝੂਲਣ ਦਾ ਮਕਸਦ ਇਹੀ ਹੈ। ਤੇ ਅੱਜ ਵੀ ਗੁਰੂ ਘਰ ਦੇ ਵਿੱਚ ਇਹਦਾ ਮੌਜੂਦ ਹੋਣਾ ਇੱਕ ਖੁੱਲ੍ਹਾ ਪ੍ਰਤੀਕ ਇਸ ਗੱਲ ਦਾ ਕਿ ਸਿੱਖ ਧਰਮ ਦੇ ਵਿੱਚ ਹਮੇਸ਼ਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹਰ ਕਮਿਊਨਿਟੀ ਨੂੰ, ਹਰ ਬੰਦੇ ਨੂੰ, ਹਰ ਸ਼ਖਸ ਨੂੰ, ਕਿ ਉਹ ਕਿਸੇ ਵੀ ਟਾਈਮ ਗੁਰੂ ਘਰ ਦੇ ਵਿੱਚ ਆ ਸਕਦਾ ਹੈ। ਉਹਨੂੰ ਗੁਰੂ ਘਰ ਦੇ ਵਿੱਚ ਉਹਦੀ ਜਿਹੜੀ ਬੇਸਿਕ ਨੀਡਸ ਹੈ ਉਹ ਸਾਰੀਆਂ ਉਹਨੂੰ ਦਿੱਤੀਆਂ ਜਾਣਗੀਆਂ, ਜਿਹਦੇ ਵਿੱਚ ਮੈਡੀਕਲ ਹੋ ਗਿਆ, ਖਾਣਾ ਹੋ ਗਿਆ, ਰਿਹਾਇਸ਼ ਦੀਆਂ ਜ਼ਰੂਰਤਾਂ, ਇਹ ਸਾਰੀਆਂ ਉਹਦੀਆਂ ਪੂਰੀਆਂ ਕੀਤੀਆਂ ਜਾਣਗੀਆਂ। ਪਰ ਹਾਂਜੀ, ਅੱਜ ਕੱਲ੍ਹ ਕੋਈ ਸਿਕਿਉਰਿਟੀ ਇਸ਼ੂ ਦੇ ਕਰਕੇ ਆਮ ਤੌਰ 'ਤੇ ਲੋਕਾਂ ਨੂੰ ਰੋਕਿਆ ਜਾਂਦਾ ਗੁਰੂ ਘਰ ਦੇ ਵਿੱਚ ਆਉਣ ਵਾਸਤੇ। ਸੋ ਉਹ ਇੱਕ ਸਿਕਿਉਰਿਟੀ ਪਰਪਸ ਵਾਸਤੇ ਹੈ, ਉਹ ਇੱਕ ਕਮਿਊਨਿਟੀ ਦੀ ਸੇਫਟੀ ਵਾਸਤੇ ਹੈ। ਹਾਂਜੀ ਮਿੱਤਰ ਪਿਆਰੋ, ਇਸ ਸਮੇਂ ਮੈਂ ਮੌਜੂਦ ਹਾਂ ਗੁਰਦੁਆਰਾ ਜਨਮ ਸਥਾਨ ਦੇ ਲੰਗਰ ਹਾਲ ਦੇ ਸਾਹਮਣੇ। ਤੇ ਗੁਰੂ ਘਰ ਦੇ ਵਿੱਚ ਲੰਗਰ ਦੀ ਪ੍ਰਥਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ। ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ 3 ਫਰਮਾਨ ਕੀਤੇ ਸੀ, ਜਿਨ੍ਹਾਂ ਵਿੱਚ ਲਿਖਿਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਕਰਨ ਦਾ ਮਤਲਬ ਕਿ ਹੱਕ ਹਲਾਲ ਦੀ ਕਮਾਈ ਕਮਾਓ। ਨਾਮ ਜਪੋ, ਉਸ ਰੱਬ ਦਾ, ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪੋ, ਉਹਦਾ ਸਿਮਰਨ ਕਰੋ, ਉਹਦੀ ਹਮਦੋ ਸਨਾਹ ਕਰੋ।
ਵੰਡ ਛਕੋ ਦਾ ਮਤਲਬ ਹੈ ਕਿ ਜੋ ਵੀ ਤੁਹਾਡੇ ਕੋਲ ਸਾਧਨ ਮੌਜੂਦ ਹੈ ਖਾਣ ਵਾਸਤੇ, ਜਿਹੜੀ ਵੀ ਸਹੂਲਤ ਹੈ, ਜਿਹੜੀਆਂ ਵੀ ਚੀਜ਼ਾਂ ਮੌਜੂਦ ਨੇ ਉਹਨਾਂ ਦਾ ਵੰਡ ਛਕੋ, ਉਹਨਾਂ ਨੂੰ ਵੰਡ ਕੇ ਖਾਓ। ਤੇ ਹਰ ਗੁਰੂ ਘਰ ਦੇ ਵਿੱਚ ਜਿੱਥੇ ਆਪਾਂ ਜਾਂਦੇ ਹਾਂ ਸਾਨੂੰ ਉੱਥੇ ਗੁਰੂ ਘਰ ਦੇ ਵਿੱਚ ਲੰਗਰ ਦੇਖਣ ਨੂੰ ਮਿਲਦਾ ਹੈ ਕਿ ਉੱਥੇ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਸੋ ਇਹ ਗੁਰੂ ਮਹਾਰਾਜ ਜੀ ਦੇ ਹੁਕਮ ਦੀ ਇੱਕ ਪਾਲਣਾ ਕਹਿ ਸਕਦੇ ਹਾਂ। ਅਤੇ ਆਪ ਜੀ ਨੂੰ ਮੈਂ ਵੀ ਦੱਸਦਾ ਚੱਲਾਂ ਕਿ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਹਿਸਟਰੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਬਚਪਨ ਸਾਰਾ ਘੱਟੋ ਘੱਟ 18 ਸਾਲ ਦੀ ਉਮਰ ਦਾ ਜਿਹੜਾ ਜੀਵਨ ਹੈ ਉਹ ਇਸੇ ਧਰਤੀ ਨਨਕਾਣਾ ਸਾਹਿਬ ਦੇ ਉੱਤੇ ਗੁਜ਼ਾਰਿਆ। ਤੇ ਜਦੋਂ ਉਹ ਜਵਾਨ ਹੋ ਰਹੇ ਸਨ ਤਾਂ ਉਹਨਾਂ ਦੇ ਪਿਤਾ ਕਹਿ ਰਹੇ ਸਨ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਰੋਬਾਰ ਵੱਲ ਵੀ ਧਿਆਨ ਦੇਣ। ਔਰ ਕੁਦਰਤੀ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੀ ਰੁਚੀ ਸੀ ਉਹ ਪਰਮਾਤਮਾ, ਉਸ ਰੱਬ ਦੇ ਨਾਲ ਜੁੜੀ ਹੋਈ ਸੀ। ਉਹ ਹਰ ਵਕਤ ਮੈਡੀਟੇਸ਼ਨ ਕਰਦੇ ਰਹਿੰਦੇ ਸਨ, ਉਸ ਰੱਬ ਨੂੰ ਯਾਦ ਕਰਦੇ ਰਹਿੰਦੇ ਸਨ। ਤੇ ਉਹਨਾਂ ਦੇ ਜਿਹੜੇ ਪਿਤਾ ਸੀ ਉਹ ਕਹਿੰਦੇ ਸਨ ਕਿ ਇਹ ਵਿਹਲੇ ਰਹਿੰਦੇ ਨੇ, ਇਹ ਕੋਈ ਕੰਮਕਾਰ ਕਿਉਂ ਨਹੀਂ ਕਰਦੇ। ਸੋ ਅਖੀਰ ਦੇ ਵਿੱਚ ਇਹ ਡਿਸਾਈਡ ਹੋਇਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 20 ਰੁਪਏ ਦਿੱਤੇ ਗਏ ਤੇ ਉਹਨਾਂ ਦੇ ਨਾਲ ਭਾਈ ਬਾਲਾ ਜੀ ਨੂੰ ਤੋਰਿਆ ਗਿਆ ਕਿ ਤੁਸੀਂ ਇਹਨਾਂ ਦੇ ਨਾਲ ਜਾਓ ਅਤੇ ਇੱਕ ਇਹਨਾਂ ਦੇ ਨਾਲ ਇੱਕ ਅੱਛਾ ਬਿਜ਼ਨਸ ਕਰੋ, ਇੱਕ ਅੱਛਾ ਸੌਦਾ ਕਰਕੇ ਆਓ। ਤੇ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹਨਾਂ ਦੇ ਨਾਲ ਨਿਕਲ ਪਏ ਅਤੇ ਸਫ਼ਰ ਕਰਦੇ ਰਹੇ। ਸਫ਼ਰ ਕਰਦੇ ਹੋਏ ਉਹ ਚੂਰਕਾਣਾ ਮੰਡੀ ਪਹੁੰਚੇ, ਜਿਹੜਾ ਕਿ ਮੌਜੂਦਾ ਨਾਮ ਫਰੂਕਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ ਉੱਥੇ ਪਹੁੰਚੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਮੰਡੀ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਕਾਰੋਬਾਰ ਦਿਖਾਏ ਗਏ ਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਇਹ ਕਾਰੋਬਾਰ ਕਰੋ, ਇਹ ਕਾਰੋਬਾਰ ਕਰੋ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕੋਈ ਵੀ ਕਾਰੋਬਾਰ ਵਧੀਆ ਨਹੀਂ ਲੱਗਾ। ਉਹ ਚਾਹੁੰਦੇ ਸਨ ਕਿ ਅਸੀਂ ਕੋਈ ਖਰਾ ਸੌਦਾ ਕਰਨਾ, ਕੋਈ ਸੱਚਾ ਸੌਦਾ ਕਰਨਾ। ਜਦੋਂ ਭਾਈ ਬਾਲਾ ਜੀ ਉਹਨਾਂ ਪੁੱਛਦੇ ਸਨ ਕਿ ਅਸੀਂ ਤਾਂ ਬੜਾ ਸਮਾਂ ਇਹਦੇ ਵਿੱਚ ਜ਼ਾਇਆ ਕਰ ਦਿੱਤਾ ਹੈ ਤੇ ਗੁਰੂ ਸਾਹਿਬ ਜੀ ਤੁਹਾਨੂੰ ਕੋਈ ਕਾਰੋਬਾਰ ਪਸੰਦ ਕਿਉਂ ਨਹੀਂ ਆਇਆ, ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵੀ ਇਹੀ ਕਿਹਾ ਕਿ ਅਸੀਂ ਇੱਕ ਸੱਚਾ ਤੇ ਖਰਾ ਸੌਦਾ ਕਰਨਾ ਚਾਹੁੰਦੇ ਹਾਂ। ਤੁਰਦੇ ਉਹ ਇੱਕ ਟਿੱਬੇ ਦੇ ਕੋਲ ਪਹੁੰਚੇ। ਉਸ ਟਿੱਬੇ ਦੇ ਕੋਲ ਪਹੁੰਚਦੇ ਸਾਰ ਹੀ ਉਹਨਾਂ ਨੇ ਦੇਖਿਆ ਕਿ ਉੱਥੇ ਬਹੁਤ ਸਾਰੇ ਲੋਕ, ਕੁਝ ਅਧਨੰਗੀ ਹਾਲਤ ਦੇ ਵਿੱਚ, ਕੁਝ ਉੱਥੇ ਲਟਕ ਰਹੇ ਹਨ, ਕੁਝ ਬੈਠੇ ਹਨ ਸਮਾਧੀ ਲਾ ਕੇ। ਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਕੋਲ ਪਹੁੰਚੇ ਤੇ ਉਹ ਸਾਧੂਆਂ ਦੇ ਕੋਲ ਪਹੁੰਚੇ। ਅਸਲ ਦੇ ਵਿੱਚ ਉਹ ਸਾਧੂ ਸਨ ਜਿਹੜੇ ਕਿ ਉੱਥੇ ਬਹਿ ਕੇ ਇਬਾਦਤ ਕਰ ਰਹੇ ਸਨ, ਆਪਣੇ ਘਰਾਂ ਤੋਂ ਦੂਰ ਸਨ। ਜਦੋਂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਕੋਲ ਪਹੁੰਚੇ, ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ। ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਪਰਮਾਤਮਾ ਦੀ ਭਗਤੀ ਕਰ ਰਹੇ ਹਾਂ, ਉਸ ਰੱਬ ਦੀ ਭਗਤੀ ਕਰ ਰਹੇ ਹਾਂ, ਉਸ ਰੱਬ ਨੂੰ ਮਨਾ ਰਹੇ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹ ਭਗਤੀ, ਇਹ ਰੱਬ ਦਾ ਨਾਮ ਆਪਣੇ ਘਰ ਦੇ ਵਿੱਚ ਰਹਿੰਦੇ ਹੋਇਆਂ ਵੀ ਲੈ ਸਕਦੇ ਹੋ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਤੁਹਾਡੇ ਤਨ ਦੇ ਉੱਤੇ ਮੈਨੂੰ ਪੂਰੇ ਕੱਪੜੇ ਵੀ ਨਜ਼ਰ ਨਹੀਂ ਆ ਰਹੇ ਤੇ ਕੀ ਤੁਹਾਡੇ ਕੋਲ ਖਾਣ ਦੀਆਂ ਚੀਜ਼ਾਂ ਵੀ ਮੌਜੂਦ ਹਨ ਕਿ ਨਹੀਂ। ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਖਾਣ ਦੇ, ਅਸੀਂ ਤਾਂ ਕਈ ਦਿਨਾਂ ਤੋਂ ਭੁੱਖੇ ਹਾਂ, ਅਸੀਂ ਤਾਂ ਕੁਝ ਵੀ ਨਹੀਂ ਖਾਧਾ, ਅਸੀਂ ਸਿਰਫ ਉਸ ਰੱਬ ਦੀ ਯਾਦ ਦੇ ਵਿੱਚ ਲੱਗੇ ਹੋਏ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਤੇ ਭਾਈ ਬਾਲਾ ਜੀ ਨੂੰ ਕਿਹਾ ਕਿ ਇਸ ਤੋਂ ਵੱਡਾ ਖਰਾ ਸੌਦਾ ਹੋਰ ਕੀ ਹੋ ਸਕਦਾ ਹੈ ਕਿ ਅਸੀਂ ਮਾੜੇ ਗਰੀਬ ਬੰਦੇ ਦੀ ਅਸੀਂ ਮਦਦ ਕਰੀਏ। ਤੇ ਉਹਨਾਂ ਨੇ ਉਹਨਾਂ ਸਾਧੂਆਂ ਨੂੰ, ਭੁੱਖੇ ਸਾਧੂਆਂ ਨੂੰ ਉੱਥੇ ਜਿਹੜੇ ਮੌਜੂਦ ਸਨ, ਉਹਨਾਂ ਨੂੰ ਲੰਗਰ ਛਕਾਇਆ, ਉਹਨਾਂ ਨੂੰ ਕੱਪੜੇ ਲਿਆ ਕੇ ਦਿੱਤੇ ਅਤੇ ਉਹਨਾਂ ਦੇ ਵਾਸਤੇ ਹੋਰ ਰਸਦ ਵੀ ਉੱਥੇ ਜਮ੍ਹਾਂ ਕੀਤੀ। ਉਹਨਾਂ ਨੂੰ ਕਿਹਾ ਕਿ ਤੁਸੀਂ, ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਆਪਣੇ ਘਰਾਂ ਵਿੱਚ ਜਾਓ, ਰੱਬ ਨੂੰ ਮਨਾ ਸਕਦੇ ਹੋ ਤੁਸੀਂ ਆਪਣੇ ਘਰਾਂ ਦੇ ਅੰਦਰ ਰਹਿ ਕੇ ਵੀ, ਕਿਉਂਕਿ ਤੁਹਾਡੇ ਉੱਤੇ ਤੁਹਾਡੀ ਇੱਕ ਸੋਸ਼ਲ ਲਾਈਫ ਵੀ ਐਗਜ਼ਿਸਟ ਕਰਦੀ ਹੈ ਜਿਹਨੂੰ ਤੁਸੀਂ ਲੈ ਕੇ ਚੱਲਣਾ। ਸੋ ਉਸ ਸੋਸ਼ਲ ਲਾਈਫ ਨੂੰ ਪੂਰਾ ਕਰਨਾ ਵੀ ਤੁਹਾਡੀ ਹੀ ਜ਼ਿੰਮੇਵਾਰੀ ਹੈ। ਰੱਬ ਨੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਜ਼ਿੰਮੇ ਲਾਈਆਂ ਹੈ, ਤੁਹਾਡੇ ਉੱਤੇ ਤੁਹਾਡੀ ਬੀਵੀ ਬੱਚਿਆਂ ਦਾ ਹੱਕ ਹੈ। ਤੁਸੀਂ ਘਰ ਦੇ ਵਿੱਚ ਜਾਓ ਅਤੇ ਰੱਬ ਨੂੰ ਉੱਥੇ ਵੀ ਬਹਿ ਕੇ ਤੁਸੀਂ ਯਾਦ ਕਰ ਸਕਦੇ ਹੋ। ਇਹ ਉਪਦੇਸ਼ ਦਿੱਤਾ ਅਤੇ ਉਹ ਸਾਰੇ 20 ਰੁਪਏ ਜਿਹੜੇ ਸਨ ਉਹ ਇਸੇ ਕੰਮ ਦੇ ਵਿੱਚ ਲਾ ਦਿੱਤੇ। ਅਤੇ ਜਦੋਂ ਉਹ ਵਾਪਸ ਆਏ ਤੇ ਉਹਨਾਂ ਨੂੰ ਇੱਕ ਡਰ ਸੀ ਆਪਣੇ ਬਾਪੂ ਦੇ ਸਾਹਮਣੇ ਜਾਂਦੇ ਹੋਏ ਕਿ ਜਦੋਂ ਮੇਰੇ ਤੋਂ ਬਾਪੂ ਪੁੱਛਣਗੇ ਕਿ 20 ਰੁਪਏ ਦਿੱਤੇ ਤੇ ਤੁਸੀਂ ਉਹਨਾਂ ਦਾ ਕੀ ਕੀਤਾ, ਕਿਉਂਕਿ ਉਸ ਸਮੇਂ ਦੇ ਵਿੱਚ 20 ਰੁਪਏ ਇੱਕ ਬਹੁਤ ਵੱਡੀ ਅਮਾਊਂਟ ਸੀ। ਤੁਸੀਂ ਉਹਨਾਂ ਨੂੰ 20 ਲੱਖ ਸਮਝ ਸਕਦੇ ਹੋ ਕਿ ਜਿਹੜੇ ਕਾਰੋਬਾਰ ਕਰਨ ਵਾਸਤੇ ਦਿੱਤੇ ਸਨ। ਪਿਤਾ ਤੋਂ ਡਰ ਦੀ ਵਜ੍ਹਾ ਤੋਂ ਗੁਰੂ ਨਾਨਕ ਸਾਹਿਬ ਜੀ ਇੱਕ ਸਥਾਨ ਜਿਹੜਾ ਕਿ ਨਨਕਾਣਾ ਸਾਹਿਬ ਦੀ ਧਰਤੀ 'ਤੇ ਹੀ ਮੌਜੂਦ ਹੈ, ਜਿਹਨੂੰ ਗੁਰਦੁਆਰਾ ਤੰਬੂ ਸਾਹਿਬ ਕਿਹਾ ਜਾਂਦਾ ਹੈ, ਉੱਥੇ ਆ ਕੇ ਕੁਝ ਸਮੇਂ ਵਾਸਤੇ ਰੁਕ ਗਏ ਪਿਤਾ ਦੇ ਡਰ ਤੋਂ ਕਿ ਪਿਤਾ ਨੂੰ ਪਤਾ ਨਾ ਲੱਗੇ ਕਿ ਮੈਂ ਆਪਣੇ ਜਿਹੜੇ 20 ਰੁਪਏ ਆ ਉਹ ਭੁੱਖੇ ਲੋਕਾਂ ਨੂੰ ਲੰਗਰ ਛਕਾ ਕੇ ਆ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਸਾਨੂੰ ਦੇਖਣ ਨੂੰ ਮਿਲਦੀਆਂ। ਇਹ ਜਿਹੜਾ 20 ਰੁਪਏ ਦਾ ਲੰਗਰ ਹੈ, ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੀ ਉਹ 20 ਰੁਪਏ ਦਾ ਲੰਗਰ ਚਲਾਇਆ ਤੇ ਅੱਜ ਤੱਕ ਉਹ 20 ਰੁਪਏ ਦਾ ਲੰਗਰ ਚੱਲਦਾ ਆ ਰਿਹਾ। ਤੁਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਓ, ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਓ, ਉੱਥੇ ਤੁਹਾਨੂੰ ਲੰਗਰ ਛਕਣ ਨੂੰ ਜ਼ਰੂਰ ਮਿਲੇਗਾ, ਕਿਉਂਕਿ ਇਹ ਆਈਆਂ ਹੋਈਆਂ ਸੰਗਤਾਂ ਵਾਸਤੇ ਇੱਕ ਗੁਰੂ ਦਾ ਪ੍ਰਸ਼ਾਦ ਹੈ ਜਿਹੜਾ ਕਿ ਉਹਨਾਂ ਨੂੰ ਦਿੱਤਾ ਜਾਂਦਾ ਹੈ ਅਤੇ ਉਹ ਇੱਕ ਪ੍ਰਥਾ, ਉਹ ਇੱਕ ਰਸਮ ਹੈ ਜਿਹੜੀ ਗੁਰੂ ਸਾਹਿਬ ਨੇ ਉਸ ਸਮੇਂ ਦੇ ਵਿੱਚ ਚਲਾਈ ਸੀ, ਜਿਹੜੀ ਕਿ ਅੱਜ ਤੱਕ ਚੱਲ ਰਹੀ ਹੈ।
हाँ जी मित्र प्यारो, इस समय मैं गुरुद्वारा ਸਾਹਿਬ ਜੀ ਦੇ ਸਰੋਵਰ ਦੇ ਕੋਲ ਮੌਜੂਦ ਹਾਂ ਤੇ ਆਪ ਜੀ ਨੂੰ ਦੱਸਦਾ ਚੱਲਾਂ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪੁਰਾਣੀ ਪ੍ਰਥਾ ਚੱਲੀ ਆ ਰਹੀ ਹੈ ਕਿ ਇੱਕ ਸਰੋਵਰ ਦਾ ਨਿਰਮਾਣ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਕਿਸ ਕਰਕੇ ਹੁੰਦਾ ਹੈ, ਇਹਦੀ ਵਜ੍ਹਾ ਇਹ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਇਸ਼ਨਾਨ ਕਰਨਾ ਹੁੰਦਾ ਸੀ, ਨਹਾਉਣਾ ਹੁੰਦਾ ਸੀ ਤੇ ਉਹ ਸੈਪਰੇਟ ਬਾਥਰੂਮ ਨਹੀਂ ਸੀ ਹੁੰਦੇ। ਸੋ ਇੱਕ ਕਲੈਕਟਿਵ ਥਾਂ ਦੇ ਉੱਤੇ ਪਾਣੀ ਦੀ ਘਾਟ ਹੋਣ ਕਰਕੇ ਵੀ ਇਹ ਚੀਜ਼ ਵਰਤੀ ਜਾਂਦੀ ਸੀ ਕਿ ਇੱਕ ਕਲੈਕਟਿਵ ਜਗ੍ਹਾ ਦੇ ਉੱਤੇ ਇੱਕ ਸਰੋਵਰ ਬਣਾਇਆ ਜਾਂਦਾ ਸੀ ਜਿੱਥੇ ਸਾਰੇ ਲੋਕ ਇਸ਼ਨਾਨ ਕਰ ਸਕਦੇ ਸਨ। ਸੋ ਗੁਰਦੁਆਰਿਆਂ ਦੇ ਵਿੱਚ ਵੀ ਇਹ ਪ੍ਰਥਾ ਇਸ ਤਰ੍ਹਾਂ ਚੱਲੀ ਆ ਰਹੀ ਹੈ ਕਿ ਹਰ ਇਬਾਦਤ ਤੋਂ ਪਹਿਲੇ ਇਸ਼ਨਾਨ ਫਰਜ਼ ਹੈ। ਇੱਕ ਸਿੱਖ ਦੇ ਵਾਸਤੇ ਇਸ਼ਨਾਨ ਫਰਜ਼ ਹੈ। ਜਿਵੇਂ ਆਪਾਂ ਸਵੇਰ ਅੰਮ੍ਰਿਤ ਵੇਲੇ ਜਾਂਦੇ ਹਾਂ ਜਾਂ ਸ਼ਾਮ ਸੋਧਾ ਰਹਿਰਾਸ ਸਾਹਿਬ ਦੇ ਵੇਲੇ ਗੁਰਦੁਆਰਾ ਸਾਹਿਬ ਵਿੱਚ ਇਬਾਦਤ ਵਾਸਤੇ ਜਾਂਦੇ ਹਾਂ, ਸੋ ਸਾਨੂੰ ਇਸ਼ਨਾਨ ਫਰਜ਼ ਹੈ। ਇਸ ਕਰਕੇ ਪੁਰਾਣੀਆਂ ਰਸਮਾਂ ਦੇ ਮੁਤਾਬਿਕ ਗੁਰੂ ਘਰ ਦੇ ਵਿੱਚ ਹੀ ਸਰੋਵਰ ਬਣਾਏ ਜਾਂਦੇ ਸਨ ਤਾਂ ਜੋ ਲੋਕ ਆਸਾਨੀ ਦੇ ਨਾਲ ਉੱਥੇ ਇਸ਼ਨਾਨ ਕਰਕੇ ਤੇ ਗੁਰੂ ਘਰ ਦੇ ਵਿੱਚ ਆਪਣੀ ਇਬਾਦਤ ਲਈ ਜਾ ਸਕਣ। ਔਰ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਸਾਹਿਬ ਦੀ ਇੱਕ ਬੜੀ ਮਹੱਤਤਾ ਹੈ, ਬੜੀ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿਉਂਕਿ ਇਹ ਪਾਣੀ ਸਾਨੂੰ ਸਾਡੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ। ਸੋ ਮੈਂ ਜਿਵੇਂ ਕਿ ਆਪ ਜੀ ਨੂੰ ਪਹਿਲੇ ਵੀ ਦੱਸਿਆ ਕਿ ਨੇਚਰ ਦੇ ਬਹੁਤ ਕਰੀਬ ਸਿੱਖੀਜ਼ਮ ਦੇ ਵਿੱਚ ਨੇਚਰ ਨੂੰ ਬੜਾ ਮੰਨਿਆ ਜਾਂਦਾ ਹੈ। ਸੋ ਉਹਨਾਂ ਵਿੱਚੋਂ ਪਾਣੀ ਵੀ ਇੱਕ ਹੈ ਜਿਹਦੇ ਕਰਕੇ ਅਸੀਂ ਜਿਉਂਦੇ ਹਾਂ। ਸੋ ਇਸ ਚੀਜ਼ ਦਾ ਵੀ ਬੜਾ ਖਿਆਲ ਰੱਖਿਆ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ। हाँ जी मित्र प्यारो, अज तुसी मेरे नाल ननकाना साहब की धरती ते मौजूद गुरु नानक साहब जी का जन्म स्थान गुरुद्वारा जन्म स्थान के दर्शन किए ਅਤੇ ਉਹਨਾਂ ਦੇ ਇਤਿਹਾਸ ਬਾਰੇ ਜਾਣਿਆ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰੱਖਾ। ਸਤਿ ਸ਼੍ਰੀ ਅਕਾਲ।